प्रोग्राम परदेसी सीनियर तुहाडा स्वागत है जी। हफ्तावारी प्रोग्राम है। असी हर मंडे शाम के 4 बजे तो लैके 5 बजे तक जिहड़ा कि टोरंटो का टाइम है ਉਹਦੇ ਮੁਤਾਬਕ ਅਸੀਂ ਲਾਈਵ ਪੇਸ਼ ਕਰਦੇ ਹਾਂ। ਜਿਹਦੇ ਵਿੱਚ ਅਸੀਂ ਸੀਨੀਅਰਸ ਦੇ ਬਾਰੇ ਗੱਲਬਾਤ ਕਰਦੇ ਹਾਂ। ਕੋਈ ਵੀ ਤੁਹਾਨੂੰ ਸੀਨੀਅਰਸ ਬਾਰੇ ਇੱਕ ਗੱਲਬਾਤ ਕਰਨੀ ਚਾਹੁੰਦੇ ਤੁਸੀਂ ਸਾਨੂੰ ਲਾਈਵ ਨੰਬਰ 'ਤੇ 6474780344 'ਤੇ ਕਾਲ ਕਰ ਸਕਦੇ ਹੋ ਜੀ ਐਨੀ ਟਾਈਮ ਡਿਊਰਿੰਗ ਦਾ ਪ੍ਰੋਗਰਾਮ। ਇਹ 2021 ਦਾ ਪਹਿਲਾ ਪ੍ਰੋਗਰਾਮ ਹੈ ਜੀ। ਅਤੇ ਪਹਿਲਾਂ ਆਪਣੇ ਸਾਥੀ ਨੂੰ ਵੈਲਕਮ ਕਰਨਾ ਜੀ। ਜਦਰ ਸਾਹਿਬ ਤੁਹਾਡਾ ਸਵਾਗਤ ਹੈ ਅਤੇ ਹੈਪੀ ਨਿਊ ਈਅਰ ਜੀ। ਥੈਂਕ ਯੂ ਨੱਤ ਸਾਹਿਬ, ਥੈਂਕ ਯੂ। ਬਹੁਤ ਹੀ ਸਤਿਕਾਰਯੋਗ ਸਾਡੇ ਸੀਨੀਅਰ ਅਤੇ ਉਹਨਾਂ ਦੇ ਪਰਿਵਾਰ ਜਿਹੜੇ ਸਾਡੇ ਸੀਨੀਅਰ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਆ, ਸਾਰਿਆਂ ਨੂੰ ਹੀ ਸਤਿਕਾਰ ਸਾਹਿਤ ਸਤਿ ਸ੍ਰੀ ਅਕਾਲ, ਨਮਸਤੇ ਅਤੇ ਆਦਾਬ, ਅਤੇ ਸਾਰਿਆਂ ਨੂੰ ਹੀ ਇੱਕ ਵਾਰੀ ਹੈਪੀ ਨਿਊ ਈਅਰ। ਜਦਰ ਸਾਹਿਬ ਫਿਰ ਕਿਵੇਂ ਚੜ੍ਹਿਆ ਨਵਾਂ ਸਾਲ? ਦੇਖੋ ਨੱਤ ਸਾਹਿਬ, ਗੱਲ ਇੱਦਾਂ ਆ ਕਿ 50 ਸਾਲਾਂ ਤੋਂ ਇੱਥੇ ਆ ਮੈਂ, 51 ਸਾਲ ਤੋਂ, ਪਰ ਇਹ ਪਹਿਲਾ ਨਿਊ ਈਅਰ ਸੀਗਾ ਜਿਹੜਾ ਇਸ ਤਰ੍ਹਾਂ ਦਾ ਨਿਊ ਈਅਰ, ਕੋਈ ਧਮਾਲ ਨਹੀਂ, ਕੋਈ ਪਾਰਟੀ ਨਹੀਂ, ਕੋਈ ਗੈਟ ਟੂਗੈਦਰ ਨਹੀਂ। ਇਹ ਥੋੜ੍ਹਾ ਜਿਹਾ ਡਿਪਰੈਸ ਜਿਹਾ ਲੱਗਾ। ਮੈਂ ਇਉਂ ਕਹਿਣਾ ਜੀ, ਹਾਂਜੀ, ਵੀ ਚੰਗਾ ਸੀਗਾ, ਟਿਕਟਕਾ ਸੀ, ਕੋਈ ਰੌਲਾ ਗੋਲਾ ਨਹੀਂ ਸੀ, ਕੋਈ ਘੜਮਾਸ ਨਹੀਂ ਸੀਗੀ, ਐਵੇਂ ਬੰਦੇ 'ਚ ਬੰਦਾ ਨਹੀਂ ਸੀ ਵੱਜਦਾ ਫਿਰਦਾ, ਆਰਾਮ ਨਾਲ ਆਪਦਾ ਭੋਜਨ ਛਕਿਆ, ਠੀਕ ਹੈ, ਹਰੇ ਹਰੇ ਖਰੇ ਖਰੇ ਸੌਂਗੇ। ਪਰ ਹੁਣ ਲੱਗਦਾ ਆ ਵੀ ਜਿੱਦਾਂ ਦੇ ਹਾਲਾਤ ਨੇ ਔਰ ਸਾਨੂੰ ਯੂਜ਼ ਟੂ ਹੋਣਾ ਪੈਣਾ ਇਸੇ ਤਰ੍ਹਾਂ। ਅਜੇ ਦੇਖੋ ਵੈਕਸੀਨ ਆ ਗਿਆ, ਪਰ ਵੈਕਸੀਨ ਲੱਗਦੇ ਕਰਦੇ ਨੂੰ ਅਸੀਂ, ਮੈਂ ਕੈਨੇਡਾ ਦੀ ਗੱਲ ਕਰਦਾ ਜੀ, ਸਾਡੇ ਲੱਗਦੇ ਕਰਦੇ ਨੂੰ ਤਕਰੀਬਨ ਸਤੰਬਰ ਹੋ ਜਾਣਾ। 9 ਮਹੀਨੇ ਪਏ ਆ ਜੀ। ਹਾਂਜੀ, ਬੜਾ ਲੰਬਾ ਸਮਾਂ, ਅਤੇ ਖਿਆਲ ਰੱਖਣਾ ਪੈਣਾ ਅਜੇ ਵੀ। ਪਰ ਇਹਦਾ ਕੋਈ ਕਈ ਮੈਂ ਰੇਡੀਓ ਦੇ ਵਿੱਚ ਵੀ ਸੁਣਿਆ, ਇਹ ਵੀ ਰੌਲਾ ਪੈ ਰਿਹਾ ਵੀ ਕੈਨੇਡਾ ਦੇ ਵਿੱਚ ਸਲੋ ਆ ਜਿਹੜਾ ਵੈਕਸੀਨ ਲੱਗ ਰਿਹਾ। ਇਹ ਅੰਟਾਰੀਓ ਦੇ ਵਿੱਚ ਜ਼ਰੂਰ ਸਲੋ ਹੈ। ਅੱਛਾ ਜੀ। ਹਾਂਜੀ, ਕਿਉਂਕਿ ਅੱਜ ਵੀ ਫੋਰਡ ਸਾਹਿਬ ਨੂੰ ਇਹ ਸਵਾਲ ਕੀਤਾ ਗਿਆ ਵੀ ਕੀ ਗੱਲ ਜੀ, ਕਿਉਂਕਿ ਇੱਕ ਤਾਂ ਜਿਹੜੇ ਆਪਣੀਆਂ ਕ੍ਰਿਸਮਸ ਵਾਲੀਆਂ ਛੁੱਟੀਆਂ ਸੀ ਉਦੋਂ 2 ਦਿਨ ਇਹ ਵੈਕਸੀਨ ਨਹੀਂ ਲੱਗੇ। ਉਹ ਕਹਿੰਦੇ ਰੈਸਟ ਦਿੱਤੀ ਹੈ ਵੀ ਤਿਆਰੀ ਕਰ ਲੈਣ, ਤਿਆਰ ਹੋ ਜਾਣ, 2 ਦਿਨਾਂ ਦੀ ਰੈਸਟ ਦਿੱਤੀ, ਜਿਹੜੀ ਕਿ ਜਿਹਦੇ ਕਰਕੇ ਇਹ ਵੈਕਸੀਨ ਪ੍ਰੋਗਰਾਮ ਪਿੱਛੇ ਚਲਾ ਗਿਆ। ਹਜੇ ਹੁਣ ਇਸ ਵੇਲੇ ਹਾਲਤ ਇਹ ਹੈ, ਮੇਰੇ ਖਿਆਲ ਆਲ ਓਵਰ ਕੈਨੇਡਾ ਹੀ ਸਾਡੇ ਕੋਲ ਦਵਾਈ ਜ਼ਿਆਦਾ ਪਈ ਹੈ, ਲੱਗ ਘੱਟ ਰਹੀ ਹੈ। ਹਾਂਜੀ ਹਾਂਜੀ। ਅਤੇ ਜਿੰਨੀ ਪਿੱਛੋਂ ਸਪਲਾਈ ਆਈ ਤੁਰੀ ਜਾ ਰਹੀ ਹੈ, ਅਸੀਂ ਉਸ ਹਿਸਾਬ ਨਾਲ ਲਾ ਨਹੀਂ ਰਹੇ। ਔਰ ਇਹ ਜਦ ਤੱਕ ਲੱਗਦੀ ਨਹੀਂ ਜੀ, ਬੀ ਕੇਅਰਫੁਲ। ਇਹ ਬਿਮਾਰੀ ਅਜੇ ਵੀ ਜੀ ਜਾਨਲੇਵਾ, ਬਹੁਤ ਜਾਨਾਂ ਗਈਆਂ ਨੇ ਇਹਦੇ ਨਾਲ। ਹਾਂਜੀ ਹਾਂਜੀ। ਇੱਕ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡੇ ਵਿਚਾਲੇ ਹੁਣ ਸ਼ੀਲਡ, ਤੁਸੀਂ ਪਲਾਸਟਿਕ ਸ਼ੀਲਡ ਦੇਖ ਰਹੇ ਆ, ਇਹ ਹੁਣ ਪ੍ਰੋਟੈਕਸ਼ਨ ਲਈ ਜਾਂ COVID-19 ਕਰਕੇ ਹਰ ਇੱਕ ਥਾਂ, ਹਰ ਇੱਕ ਦਾਇਰੇ 'ਚ, ਹਰ ਇੱਕ ਡਿਪਾਰਟਮੈਂਟ 'ਚ ਇਹੋ ਜਿਹੀਆਂ ਇੰਸਟਰਕਸ਼ਨਾਂ ਕਿ ਇੱਕ ਦੂਜੇ ਤੋਂ ਆਪਾਂ ਨੂੰ ਥੋੜ੍ਹਾ ਜਿਹਾ ਇਸੇ ਤਰ੍ਹਾਂ ਸੇਫਟੀ ਰੱਖਣੀ ਪੈਂਦੀ। ਅਸਲ ਉਹ 'ਚ ਇਉਂ ਸੀਗਾ ਜਦਰ ਸਾਹਿਬ, ਜਾਂ ਤਾਂ ਆਪਾਂ 6 ਫੁੱਟ ਦੂਰ ਬਹਿੰਦੇ ਹਾਂ, ਫਿਰ ਉਹ ਆਪਾਂ ਅੱਗੇ ਦੂਰ ਦੂਰ ਬੈਠੇ ਜਾਂਦੇ ਸੀਗੇ, ਉਹਦੇ ਨਾਲ ਉਹੀ ਜਿਹੀ ਗੱਲ ਨਹੀਂ ਬਣਦੀ। ਇਹ ਹੁਣ ਆਪਾਂ 6 ਫੁੱਟ ਤੋਂ ਫਰਕ ਘੱਟ ਆ, ਇਸ ਕਰਕੇ ਇਹ ਸ਼ੀਲਡ ਆਈ ਹੈ ਵੀ ਸੌਖਾ, ਉਹਦੇ ਨਾਲ ਠੀਕ ਆ। ਤੁਹਾਨੂੰ ਕੁਛ ਦਾ ਰਿਫਲੈਕਸ਼ਨ ਪੈਂਦਾ ਹੋਵੇ, ਅਸੀਂ ਕੋਸ਼ਿਸ਼ ਕਰਾਂਗੇ ਤਾਂ ਅੱਗੇ ਤੋਂ ਇਹਨੂੰ ਹੋਪਫੁਲੀ ਸਾਡੇ ਟੈਕਨੀਸ਼ੀਅਨ ਜੀ ਉਹਨਾਂ ਬੜਾ ਸੈਟਅਪ ਕਰਕੇ ਰੱਖਿਆ। ਮੁੰਡੇ ਬਹੁਤ ਤੇਜ਼ ਨੇ ਜੀ ਸਾਡੇ, ਰੂਪੀ ਅਤੇ ਹਰਸ਼ ਬੜੇ ਕਮਾਲ ਦੇ ਟੈਕਨੀਸ਼ੀਅਨ ਨੇ ਜੀ। ਫਿਰ ਜਦਰ ਸਾਹਿਬ, ਹਾਂਜੀ, ਕੋਈ ਆਪਣੇ ਖਾਸ ਕਰਕੇ ਵੈਸਟਰਨ ਵਰਲਡ ਤਾਂ ਬਹੁਤ ਰਿਵਾਜ ਆ, ਆਪਣੇ ਹੁਣ ਇੰਡੀਆ ਵਿੱਚ ਵੀ ਹੈਗਾ ਵੀ ਨਿਊ ਈਅਰ ਰੈਜ਼ੋਲੂਸ਼ਨ ਕੋਈ ਦੇਖੋ ਰੱਖਿਆ ਜਾਂ ਨਿਊ ਈਅਰ ਰੈਗੂਲੇਸ਼ਨ ਦਾ ਵੀ ਦੱਸਦਾ ਮੈਂ। ਹਾਂਜੀ, ਮੈਂ ਪਹਿਲਾਂ ਤਾਂ ਸਾਰਿਆਂ ਨੂੰ ਵੈਲਕਮ ਕਰ ਲਵਾਂ ਨਵੇਂ ਸਾਲ ਦਾ। ਉਂਝ ਤਾਂ ਦੇਖਿਆ ਜਾਵੇ ਤਾਂ ਜਿਹੜਾ ਵੀ ਦਿਨ ਆਉਂਦਾ ਆ ਉਹ ਨਵਾਂ ਸਾਲ ਹੀ ਹੁੰਦਾ, ਸਾਲ ਬਾਅਦ ਹੀ ਆਉਣਾ ਹੁੰਦਾ। ਪਰ ਕੈਲੰਡਰ ਦੇ ਮੁਤਾਬਕ ਉੱਦਾਂ ਕਈਆਂ ਕੰਟਰੀਆਂ ਦੇ ਵਿੱਚ ਨਿਊ ਈਅਰ ਡਿਫਰੈਂਟ ਵੀ ਹੁੰਦੇ ਆ, ਪਰ ਆਲ ਓਵਰ ਵਰਲਡ ਧਰਮਾਂ 'ਚ ਵੱਖਰੇ ਨੇ। ਹਾਂਜੀ, ਕੈਲੰਡਰ ਦੇ ਹਿਸਾਬ ਨਾਲ ਅਸੀਂ 1 ਜਨਵਰੀ ਨੂੰ ਹੀ ਨਿਊ ਈਅਰ ਜੀ ਆਇਆਂ ਕਹਿੰਦੇ ਆ। ਕਿ ਮੇਰੇ ਕੋਲ ਦਵਿੰਦਰ ਕੌਰ ਬਟਾਲਵੀ, ਜਿਹੜੀ ਕਿ ਇੰਡੀਆ ਤੋਂ ਰਾਈਟਰ ਆ, ਉਹਦੀਆਂ ਕੁਝ ਲਾਈਨਾਂ ਮੇਰੇ ਕੋਲ ਹੈਗੀਆਂ, ਮੈਂ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਵੈਲਕਮ ਜੀ ਆਇਆਂ ਨੂੰ, ਖੁਸ਼ਾਮਦੀਦ, ਵੈਲਕਮ ਜੀ ਆਇਆਂ ਨੂੰ, ਖੁਸ਼ਾਮਦੀਦ 2021। ਸਹਿਮੀਆਂ ਹੋਈਆਂ ਖੁਸ਼ੀਆਂ ਨੂੰ ਤੂੰ ਨਵੀਂ ਉਮੀਦ ਹੈ ਦਿੱਤੀ।
ਮੱਸਿਆ ਦੀਆਂ ਘੜੀਆਂ, ਮੱਸਿਆ ਹੁੰਦੀ ਨਾ, ਅੰਧੇਰਾ ਹੁੰਦਾ, ਮੱਸਿਆ ਦੀਆਂ ਘੜੀਆਂ ਖਤਮ ਕਰ, ਚੰਨ ਬਣ ਕੇ ਚਮਕੀ ਤੂੰ ਅੰਬਰ ਤੇ ਰੁਕੀਆਂ ਤਰੱਕੀਆਂ ਦੇ ਖੂਹ ਚੱਲਣ, ਤੁਰ ਪੈਣ ਪਾਂਦੀ ਆਪਣੇ ਆਪਣੇ ਸਫ਼ਰ ਤੇ। ਮਿਹਨਤਾਂ ਦਾ ਬੂਟਿਆਂ ਨੂੰ ਫਲ ਲਾਈ ਫਲ, ਢਿੱਡ ਭਰ ਸਭਨਾਂ ਦਾ ਰੱਜ ਹੋਵੇ, ਬੀਤ ਗਿਆ ਸੋ ਚਲਾ ਗਿਆ, ਬੀਤ ਗਿਆ ਸੋ ਚਲਾ ਗਿਆ, ਤੇ ਪਰ ਸੋਨੇ ਵਰਗਾ ਸਭ ਦਾ ਅੱਜ ਹੋਵੇ, ਸੋਨੇ ਵਰਗਾ ਸਭ ਦਾ ਅੱਜ ਹੋਵੇ, ਜਿਨ੍ਹਾਂ ਘਰਾਂ ਨੂੰ ਮੌਤ ਦੇ ਸੁਦਾਗਰ ਨੇ ਵੰਡੀ ਮੌਤ, ਜਿਨ੍ਹਾਂ ਘਰਾਂ ਨੂੰ ਮੌਤ ਦੇ ਸੁਦਾਗਰ ਨੇ ਵੰਡੀ ਮੌਤ, ਉਹਨਾਂ ਘਰਾਂ ਦੇ ਰੋਸ਼ਨ ਚਿਰਾਗ ਰੱਖੀ, ਤੇ ਕਿਰਤੀਆਂ ਨੂੰ ਹੌਸਲੇ ਬਣਾ ਕੇ ਬੰਦੇ ਦੇ ਚੰਗੇ ਲੇਖ ਤੇ ਚੰਗੇ ਭਾਗ ਰੱਖੀ, ਤੇ ਪਿਛਲੇ ਸਾਲ 'ਚ ਲੱਗੀਆਂ ਕਸਰਾਂ ਘਾਟਿਆਂ ਨੂੰ ਪੂਰਾ ਕਰਨ ਲਈ ਚੰਗਾ ਹਰ ਸਾਲ ਭੇਜੀ, ਤੇ ਨਗਾੜਿਆਂ ਦੀਆਂ ਠਾਪਾਂ 'ਚ ਨੱਪੇ ਜਾਣ ਗਮ ਸਾਰੇ, ਤੇ ਦੁਨੀਆ ਤੇ ਇੰਨੀਆਂ ਖੁਸ਼ੀਆਂ ਧਮਾਲ ਭੇਜੀ, ਦੁਨੀਆ ਤੇ ਇੰਨੀਆਂ ਖੁਸ਼ੀਆਂ ਧਮਾਲ ਭੇਜੀ। ਤੋ ਅਸੀਂ ਇੱਕ ਵਾਰ ਫੇਰ ਹਮਦਰਦ ਮੀਡੀਆ ਵੱਲੋਂ ਇਹ ਸਾਰੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਸਾਲ ਸਾਡੇ ਲਈ, ਸਾਰਿਆਂ ਲਈ, ਤੁਹਾਡੇ ਲਈ, ਸਾਡੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ, ਔਰ ਇਸੇ ਦੀ ਅਸੀਂ ਕਾਮਨਾ ਕਰਦੇ ਹਾਂ। ਇਹ ਸੀ ਉਹਨਾਂ ਦੀ ਭੇਜੀ ਹੋਈ ਕੁਝ ਲਾਈਨਾਂ। ਸਹੀ ਗੱਲ ਹੈ ਜੀ। ਇਹ ਦੇਖੋ ਜਿਹੜਾ 2020 ਜਿਹੜਾ ਗਿਆ ਸਾਲ ਜੀ, ਉਹ ਸਭ ਤੋਂ ਵੱਡੀ ਖਬਰ ਉਹਦੀ ਪਹਿਲਾਂ ਕੋਵਿਡ ਰਹੀ ਹੈ ਜੀ। ਹੋਰ ਖਬਰਾਂ ਵੀ ਬਹੁਤ ਨੇ, ਆਪਾਂ ਕਿਤੇ ਸਮਾਂ ਆਇਆ ਉਹਨਾਂ ਦੀ ਵੀ ਗੱਲ ਕਰ ਲਾਂਗੇ, ਬਟ ਕੋਵਿਡ ਨੇ ਸਾਰੀ ਦੁਨੀਆ ਉਥਲ ਪੁਥਲ ਕਰਤੀ ਹੈ, ਉਥਲ ਪੁਥਲ ਕਰ। ਬਿਲਕੁਲ। ਜਦੋਂ ਸਾਲ ਸ਼ੁਰੂ ਹੋਇਆ ਸੀਗਾ, ਜਿੰਨੀਆਂ ਵੀ ਸਰਕਾਰਾਂ ਨੇ ਸਾਰੀ ਦੁਨੀਆ ਦੀਆਂ, ਕਿਸੇ ਨੇ ਇਹ ਨਹੀਂ ਸੀ ਸੋਚਿਆ, ਹਰ ਸਰਕਾਰ ਆਉਣ ਵਾਲੇ ਸਾਲ ਦਾ ਪਲਾਨ ਕਰਦੀ ਹੈ। ਬਿਲਕੁਲ ਵੀ ਪਰਿਵਾਰ ਵੀ ਕਰਦੇ ਆ, ਆਪਾਂ ਵੀ 2 ਮਹੀਨੇ ਬਾਅਦ, 4 ਮਹੀਨੇ ਬਾਅਦ, 6 ਮਹੀਨੇ ਬਾਅਦ ਆਹ ਚੀਜ਼ਾਂ ਕੀਤੀਆਂ ਜਾਂਦੀਆਂ। ਜੀ ਜੀ ਜੀ, ਉਹ ਸਾਰੀਆਂ ਖਤਮ ਹੋ ਗਈਆਂ। ਬਿਲਕੁਲ। ਸਾਰੀ ਜਦੋਂ ਦਾ ਮਾਰਚ ਦੇ ਸ਼ੁਰੂ ਤੋਂ ਲੈ ਕੇ ਤਾਂ ਬਹੁਤ ਹੀ ਇਹਦਾ ਪਸਾਰਾ ਹੋ ਗਿਆ ਸੀਗਾ ਉਦੋਂ। ਜੀ ਜੀ, ਆਈ ਹੋਪ ਜਿਹੜਾ ਆਹ ਸਾਲ ਹੈ ਇਹਦਾ ਅਖੀਰਲਾ ਸਾਲ ਹੀ ਹੋਵੇ। ਦੇਖੋ, ਆਸ ਦੇ ਨਾਲ ਹੀ ਇਨਸਾਨ ਜੀਂਦਾ, ਔਰ ਆਸ ਤਾਂ ਇਹੀ ਕਰਦੇ ਆ ਕਿ ਹੁਣ ਛੁਟਕਾਰਾ ਸਾਡਾ ਹੋ ਜਾਵੇ, ਪਰ ਹੋ ਵੀ ਜਾਣਾ। ਦੇਖੋ, ਵੈਕਸੀਨ ਸ਼ੁਰੂ ਹੋ ਗਿਆ ਤਾਂ ਹੋ ਜਾਣਾ। ਬਿਲਕੁਲ, ਹਾਂ, ਕਿਉਂਕਿ ਖਾਸ ਕਰਕੇ ਮੈਂ ਕੈਨੇਡਾ ਦੀ ਇੰਨੀ ਗੱਲ, ਸ਼ਾਇਦ ਜਿਹੜੇ ਹਿਸਾਬ 'ਚ ਕੰਮ ਚੱਲ ਰਿਹਾ ਜੀ, ਇਹ ਗੱਲ ਵੱਖਰੀ ਹੈ ਕਿ ਸਾਰਿਆਂ ਨੂੰ ਵੈਕਸੀਨ ਹੋ ਸਕਦਾ ਸਤੰਬਰ ਤੱਕ, ਸਾਡੀ ਸਰਕਾਰ ਕਹਿੰਦੀ ਹੈ। ਸਰਕਾਰ ਦਾ ਇਹ ਕਹਿੰਦੀ 75% ਨੂੰ ਸਤੰਬਰ ਤੱਕ ਲੱਗ ਜਾਏਗਾ, ਪਰ ਚਾਂਸਸ ਇਹ ਹੈ ਕਿ ਸਭ ਨੂੰ ਲੱਗ ਜਾਏਗਾ ਸਤੰਬਰ ਤੱਕ। ਪਰ ਇਹ ਜਦੋਂ ਲਿਦਰ ਸਾਹਿਬ ਤਕਰੀਬਨ 50% ਲੋਕਾਂ ਨੂੰ ਲੱਗ ਗਿਆ ਨਾ, ਉਦੋਂ ਮਗਰੋਂ ਦਾ ਪਸਾਰਾ ਘਟ ਜਾਣਾ। ਇਹ ਘਟ ਜਾਣਾ ਥੋੜਾ ਜਿਹਾ। ਦੇਖੋ, ਇਹ ਮੇਰਾ ਖਿਆਲ ਆ ਕਿ ਥੋੜਾ ਜਿਹਾ ਕੁਝ ਕੁ % ਲੋਕ ਡਰਦੇ ਵੀ ਹੋਣਗੇ ਕਿ ਇਹਦਾ ਅਜੇ ਨਵਾਂ ਵੈਕਸੀਨ ਆਇਆ, ਜਦੋਂ ਲੋਕਾਂ ਨੂੰ ਲੱਗ ਗਿਆ ਵੈਕਸੀਨ ਤੇ ਉਹ ਚੰਗੇ ਭਲੇ ਹੋ ਗਏ ਤੇ ਆਪਣੇ ਨੰਬਰ ਘਟਣ ਲੱਗ ਪਏ, ਤਾਂ ਫੇਰ ਹੌਸਲਾ ਵੀ ਹੋ ਜਾਂਦਾ। ਨੈਚੁਰਲੀ ਨੰਬਰ ਘਟਣਗੇ, ਕਿਉਂਕਿ ਬਿਲਕੁਲ ਘਟਣਗੇ। ਮੰਨ ਲਓ ਹੁਣ ਆਪਾਂ ਇੱਕ ਕਮਰੇ 'ਚ ਬੈਠੇ ਹਾਂ, ਮੰਨ ਲਓ ਐਗਜ਼ਾਮਪਲ ਜੀ, ਉਹ 'ਚ 5 ਨੂੰ ਲੱਗ ਗਿਆ, 5 ਨੂੰ ਅਜੇ ਨਹੀਂ ਲੱਗਿਆ ਜੀ, ਪਰ ਉਹ ਚਾਂਸ ਐਸੇ ਹੈ ਕਿ ਦੂਜੇ 5 ਨੂੰ ਵੀ ਛੇਤੀ ਬਿਮਾਰੀ ਨਹੀਂ ਹੋਵੇਗੀ, ਜਾਂ ਅੱਗੇ ਉਹ ਵਾਧਾ ਘੱਟ ਹੋਵੇਗਾ। ਠੀਕ ਆ, ਕਿਉਂਕਿ ਉਹ ਨਾ ਬ੍ਰੇਕ ਹੋਣ ਲੱਗ ਜਾਣੀ, ਵਿਚਾਲੇ ਬ੍ਰੇਕ ਪੈ ਗਈ, ਫੈਲਣ ਦੀ ਸਪੀਡ ਬਹੁਤ ਘੱਟ ਜਾਏਗੀ ਉਹਦੇ ਨਾਲ। ਐਂਡ ਮੇਰੇ ਖਿਆਲ ਆ ਹੋਪਫੁਲੀ ਅਪ੍ਰੈਲ ਜੂਨ ਤੱਕ ਉਹਦੇ ਵਿੱਚ ਕੁਛ ਨਾ ਕੁਛ ਇਹਦੇ ਅਸਰ, ਸਾਨੂੰ ਵਧੀਆ ਅਸਰ ਦਿਸਣੇ ਚਾਹੀਦੇ ਨੇ। ਜੀ ਜੀ ਜੀ, ਦੇਖੋ ਆਪਾਂ ਤਾਂ ਇਸੇ ਆਸ ਦੇ ਨਾਲ ਜੀਨੇ ਆ, ਔਰ ਅਰਦਾਸ ਕਰਦੇ ਆ ਪਰਮਾਤਮਾ ਅੱਗੇ, ਜੋਦੜੀ ਕਰਦੇ ਆ, ਬੇਨਤੀ ਕਰਦੇ ਆ ਭਈ ਸਾਨੂੰ ਇਸ ਦੇਖੋ, ਪਹਿਲਾਂ ਵੀ ਔਲੀਆਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ, ਬਿਮਾਰੀਆਂ ਆਉਂਦੀਆਂ ਰਹੀਆਂ, ਪਰ ਉਹਨਾਂ ਤੋਂ ਅਸੀਂ ਛੁਟਕਾਰਾ ਪਾ ਲਿਆ। ਨਿੱਕੇ ਹੁੰਦਿਆਂ ਤੇ ਮੈਂ ਦੇਖਿਆ ਇੱਥੇ ਮੇਰੇ ਹਜੇ ਵੀ ਨਿਸ਼ਾਨ ਹੋਣੇ, ਲੋਦੇ ਕਹਿੰਦੇ ਸੀਗੇ ਜੀ। ਉਹ ਮੇਰੇ ਖਿਆਲ ਉਹ ਚੇਚਕ ਦੇ ਸੀਗੇ ਸ਼ਾਇਦ। ਹਾਂਜੀ, ਔਰ ਉਹ ਸਭ ਦੇ ਲੱਗਦੇ ਸੀਗੇ। ਔਰ ਤੁਹਾਨੂੰ ਮੈਂ ਇੱਕ ਹੋਰ ਇੰਟਰਸਟਿੰਗ ਗੱਲ ਦੱਸਾਂ, ਤੁਹਾਨੂੰ ਪਤਾ ਹੋਵੇਗੀ, ਜਿਵੇਂ ਤੁਹਾਡੇ ਵੀ ਬਾਂਹ ਤੇ ਲੱਗਿਆ, ਮੇਰੇ ਵੀ ਬਾਂਹ ਤੇ ਲੱਗਿਆ, ਉਹਨਾਂ ਸਮਿਆਂ ਦੇ ਵਿੱਚ ਬਾਹਾਂ ਤੇ ਲੱਗਦੇ ਹੁੰਦੇ ਸੀ। ਬਾਹਾਂ ਤੇ ਲੱਗਦੇ, ਯੈਸ।
ਫਿਰ ਤੁਹਾਨੂੰ ਮੈਂ ਦੱਸਦਾ, ਹੁਣ ਤੋਂ ਮੇਰੇ ਖਿਆਲ 30-35 ਸਾਲ ਪਹਿਲਾਂ, 40 ਸਾਲ ਪਹਿਲਾਂ ਇਹ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਦੇ ਲੱਤ ਤੇ ਲਾਉਣ ਲੱਗ ਗਏ ਸੀਗੇ। ਉਹ ਫਿਰ ਬਾਂਹ ਦੀ ਬਿਊਟੀ ਕਰਕੇ। ਹਾਂਜੀ, ਉਹਦੇ ਕਰਕੇ, ਕਿਉਂਕਿ ਫਿਰ ਸਲੀਵਲੈਸ ਜਦੋਂ ਲੇਡੀਜ਼ ਪਾਉਂਦੀਆਂ ਨੇ ਤਾਂ ਉਹ ਦਿਸਦੇ ਸੀਗੇ। ਪਰ ਉਹ ਦੇਖੋ ਹਰ ਚੀਜ਼ ਦਾ ਬਦਲ ਆਉਂਦਾ। ਇਹ ਉਦੋਂ ਪਹਿਲਾਂ ਪਲੇਗ ਆ ਕੇ ਹਟੀ ਹੈ, 1929 ਦੀ ਪਲੇਗ ਸੀ, ਬਹੁਤ ਭੈੜੀ ਸੀਗੀ, ਬਹੁਤ ਜਾਨਾਂ ਗਈਆਂ ਨੇ ਉਹਦੇ ਨਾਲ। ਅਜਿਹੀਆਂ ਬਿਮਾਰੀਆਂ ਆਉਂਦੀਆਂ ਰਹੀਆਂ ਨੇ। ਫਿਰ ਵਰਲਡ ਵਾਰ ਨੇ ਕਿੰਨੀਆਂ ਜਾਨਾਂ ਲਈਆਂ ਨੇ। ਤੇ ਇਹਦੇ ਨਾਲ ਵੀ, ਕੋਵਿਡ ਨਾਲ ਬਹੁਤ ਜਾਨਾਂ ਗਈਆਂ ਨੇ ਜੀ। ਪਰ ਪ੍ਰਮਾਤਮਾ ਕਰੇ ਕਿ ਇਹਦੇ ਤੇ ਕੰਟਰੋਲ ਹੋ ਜਾਵੇ। ਔਰ ਇਹ ਮੈਨੂੰ ਲੱਗਦਾ ਇਹ ਵੀ ਉਸ ਲੋਦਿਆਂ ਵਾਂਗੂ ਪਹਿਲਾਂ ਹੀ ਲਾ ਦਿਆ ਕਰਨਗੇ। ਹਾਂ, ਕਿਉਂਕਿ ਪੋਲੀਓ ਦਾ, ਤੁਸੀਂ ਦੇਖੋ ਪੋਲੀਓ ਦਾ ਬੱਚੇ ਛੋਟੇ ਨੂੰ ਵੈਕਸੀਨ ਇੱਕ ਵਾਰੀ ਹੀ ਦੇਣਾ ਔਰ ਉਸ ਤੋਂ ਮਗਰ ਸਾਰੀ ਉਮਰ ਉਹਨੂੰ ਉਹਦੀ ਜ਼ਰੂਰਤ ਨਹੀਂ ਪੈਂਦੀ ਹੈ। ਕੋਵਿਡ-19 ਇਹ ਹੁਣ ਅਜੇ ਨਵੀਂ ਬਿਮਾਰੀ ਹੈ ਜੀ, ਇਹਦਾ ਪਤਾ ਨਹੀਂ ਹੈ ਕਿ ਜਿਹੜਾ ਉਹ ਵੈਕਸੀਨ ਲੱਗਣਾ ਕੀ ਉਹ ਸਾਰੀ ਉਮਰ ਵਾਸਤੇ ਠੀਕ ਹੋਵੇਗਾ ਜਾਂ ਕੁਝ ਮਹੀਨਿਆਂ ਵਾਸਤੇ ਜਾਂ ਕੁਝ ਸਾਲਾਂ ਵਾਸਤੇ ਠੀਕ ਹੋਵੇਗਾ, ਪਰ ਇੱਕ ਵਾਰੀ ਕੰਟਰੋਲ ਜ਼ਰੂਰ ਆ ਜਾਏਗਾ। ਜਿਵੇਂ ਹੁਣ ਆਪਾਂ ਨਾ ਨਿਊ ਈਅਰ ਤੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਇੱਕ ਦੂਜੇ ਨੂੰ ਵਿਸ਼ ਕੀਤੀ ਆ ਸਾਰਿਆਂ ਨੇ ਕਾਲਾਂ ਕਰਕੇ। ਬਿਲਕੁਲ ਜੀ। ਮੈਂ ਇੱਕ ਆਪਣੇ ਦੋਸਤ ਨੂੰ ਕੀਤਾ ਤਾਂ ਮੈਂ ਕਿਹਾ ਵੀ ਵਧਾਈਆਂ ਨਵੇਂ ਸਾਲ ਦੀਆਂ। ਕਹਿੰਦਾ ਕਾਹਦੀਆਂ ਵਧਾਈਆਂ? ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਸਾਲ ਇੱਕ ਹੋਰ ਘਟ ਗਿਆ ਲਾਈਫ ਦੇ ਵਿੱਚੋਂ। ਕਹਿੰਦਾ ਸਾਲ ਮੇਰਾ ਇੱਕ ਹੋਰ ਘਟ ਗਿਆ। ਦੇਖੋ ਇਹ ਸੋਚ ਹੈ ਜੀ, ਇਹ ਸੋਚ ਹੈ। ਇਉਂ ਕਿਉਂ ਨਹੀਂ ਸੋਚਦੇ ਮੈਂ ਇੱਕ ਸਾਲ ਹੋਰ ਵੱਡਾ ਹੋ ਗਿਆ, ਆਹੋ ਇੱਕ ਹੋਰ ਮੇਰੇ ਨਾਲ ਐਡ ਹੋ ਗਿਆ। ਬਿਲਕੁਲ ਬਿਲਕੁਲ ਠੀਕ ਹੈ ਨਾ। ਤੁਸੀਂ ਉਹ ਦੇਖੋ ਕਿੰਨੇ ਲੋਕਾਂ ਨੇ ਆਹ ਸਾਲ ਦੇ ਅਖੀਰ ਤੱਕ ਨਹੀਂ ਪੂਰੀ ਕਰ ਸਕੇ, ਪਿੱਛੇ ਹੀ ਚਲੇ ਗਏ। ਹਾਂਜੀ। ਪਰ ਉੱਦਾਂ ਦੇਖੋ ਨੱਤ ਸਾਹਿਬ, ਗੱਲ ਇੱਦਾਂ ਆ ਕਿ ਲਾਈਫ ਜਿੱਦਾਂ ਜਿੱਦਾਂ ਗੁਜ਼ਰਦੀ ਆ ਨਾ, ਹੁਣ ਆਪਾਂ ਪਿਛਲੇ ਸਾਲ ਦਾ ਵਰਕਾ ਜਿਹੜਾ ਸੀ ਨਾ ਉਹ ਪਲਟ ਦਿੱਤਾ। ਔਰ ਜ਼ਿੰਦਗੀ ਦਾ ਮੈਂ ਦੇਖਦਾ ਹਰ ਇੱਕ ਦਿਨ ਹੀ ਆਪਾਂ ਵਰਕਾ ਪਲਟੀ ਜਾਂਦੇ, ਉਹ ਮੁੜ ਕੇ ਨਹੀਂ ਆਉਂਦਾ। ਬਿਲਕੁਲ ਸਹੀ ਗੱਲ ਹੈ। ਜਿਹੜਾ ਹੁਣ ਪਿਛਲਾ ਸਾਲ ਸੀ ਉਹ ਤਾਂ ਗਿਆ, ਉਹਦਾ ਹੁਣ ਬਹੁਤਾ ਫਿਕਰ ਵੀ ਨਹੀਂ ਕਰਨਾ ਚਾਹੀਦਾ। ਆਉਣ ਵਾਲਾ ਜਿਹੜਾ ਸਮਾਂ ਸਾਡੇ ਕੋਲ ਆਇਆ, ਜਿਹੜਾ ਸਾਡੇ ਹੱਥ ਵਿੱਚ ਆ, ਇੱਕ ਤਾਂ ਅੱਗੇ ਵੀ ਆਪਾਂ ਇੱਕ ਦੋ ਵਾਰੀ ਗੱਲ ਕਰ ਚੁੱਕੇ ਹਾਂ, ਅੱਜ ਫੇਰ ਮੈਂ ਕਰਨੀ ਚਾਹੁੰਦਾ ਕਿ ਜਿਹੜਾ ਪਾਸਟ ਆ ਨਾ ਉਹ ਪ੍ਰੈਜ਼ੈਂਟ ਨਹੀਂ ਹੋ ਸਕਦਾ, ਜਿਹੜਾ ਪ੍ਰੈਜ਼ੈਂਟ ਆ ਉਹ ਫਿਊਚਰ ਨਹੀਂ ਹੋ ਸਕਦਾ, ਕਿਉਂਕਿ ਕੱਲ੍ਹ ਦਾ ਸਾਨੂੰ ਪਤਾ ਨਹੀਂ ਕੀ ਹੋਣਾ। ਪਰ ਸਾਡਾ ਫਰਜ਼ ਬਣਦਾ ਹੈ ਜਿਹੜੀ ਸਾਡੀ ਏਜ ਦੇ ਜਿੱਦਾਂ ਸੀਨੀਅਰ ਨੇ ਉਹਨਾਂ ਨੂੰ ਵੀ ਜਿਹੜਾ ਦਿਨ ਸਵੇਰ ਨੂੰ ਉੱਠ ਕੇ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਗਏ, ਇਹ ਤੁਹਾਡਾ ਸਮਝ ਲਓ ਵੀ ਬਿਹਸ਼ਤ ਆ ਅੱਜ। ਤੇ ਸ਼ਾਮ ਨੂੰ ਜਿਸਲੇ ਸੌਂ ਗਏ ਸਮਝ ਲਓ ਬਈ ਚੱਲ ਵਸੇ ਇਸ ਦੁਨੀਆ ਤੋਂ। ਦੂਜੇ ਦਿਨ ਫੇਰ ਉੱਠ ਗਿਆ ਤਾਂ ਉਹ ਇੰਜੋਏ ਕਰੋ। ਮੇਰਾ ਮਤਲਬ ਕਹਿਣ ਦਾ ਵੀ ਜਿਹੜਾ ਵੀ ਦਿਨ, ਜਿਹੜੇ ਵੀ ਮਿੰਟ ਤੁਹਾਨੂੰ ਜਿਹੜਾ ਵੀ ਟਾਈਮ ਮਿਲਦਾ ਉਹਨੂੰ ਪੂਰੀ ਤਰ੍ਹਾਂ ਇੰਜੋਏ ਕਰੋ। ਬਿਲਕੁਲ ਕਰਨਾ ਚਾਹੀਦਾ, ਮੈਂ ਤਾਂ ਇਹੀ ਕਹੂੰ। ਬਿਲਕੁਲ ਸਹੀ ਗੱਲ ਹੈ ਜੀ, ਕਿਉਂਕਿ ਤੁਸੀਂ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਕਿ ਬੰਦਾ ਸਵੇਰੇ ਉੱਠ ਖੜਿਆ ਜਿਹੜਾ ਜੀ, ਉਹ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਵੀ ਮੈਨੂੰ ਇੱਕ ਜ਼ਿੰਦਗੀ ਦਾ ਦਿਨ ਹੋਰ ਦਿੱਤਾ ਹੈ। ਬਿਲਕੁਲ ਇਹ ਨਹੀਂ ਹੈ ਵੀ ਸੁੱਤੇ ਹੀ ਰਹਿ ਗਏ ਸੀਗੇ, ਠੀਕ ਹੈ। ਔਰ ਉਹਨੂੰ ਜਿਹੜਾ ਪਾਸਟ ਹੈ ਨਾ, ਪਾਸਟ ਦੀ ਗੱਲ ਇੰਨੀ ਜ਼ਰੂਰ ਹੈ, ਅਸੀਂ ਪਾਸਟ ਤੋਂ ਲੈਸਨ ਲੈ ਸਕਦੇ ਹਾਂ। ਬਿਲਕੁਲ, ਅਸੀਂ ਉਹ ਤੋਂ ਸਿੱਖਿਆ ਲੈ ਸਕਦੇ ਹਾਂ। ਪਹਿਲਾਂ ਆਪਾਂ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਸ਼ੁਭ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ੍ਰੀ ਅਕਾਲ ਜੀ, ਮੈਂ ਮਿਸਿਸਾਗਾ ਤੋਂ ਕੇਰ ਸਿੰਘ ਮਠਾਰੂ ਬੋਲ ਰਿਹਾ। ਮਠਾਰੂ ਸਾਹਿਬ, ਪਹਿਲਾਂ ਨਵੇਂ ਸਾਲ ਦੀਆਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਹਾਂ ਜੀ, ਮੈਂ ਵੀ ਇਸੇ ਕਰਕੇ ਹੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਆਉਣ ਵਾਲਾ ਸਾਲ ਪਹਿਲੇ ਸਾਲ ਨਾਲੋਂ ਵਧੀਆ ਚੜ੍ਹੇ ਤੇ ਅਰਦਾਸ ਤੇ ਜੋਦੜੀ ਕਰ ਸਕਦੇ ਹਾਂ ਆਪਾਂ। ਬਿਲਕੁਲ ਜੀ। ਪਰ ਉਂਝ ਤਾਂ ਦੁਨੀਆ ਤੇ ਕੁਝ ਵੀ ਬਦਲਦਾ ਨਹੀਂ ਜੀ। ਉਂਝ ਤਾਂ ਦੁਨੀਆ ਤੇ ਕੁਝ ਬਦਲਦਾ ਨਹੀਂ, ਉਹੀ ਰਾਹੀ ਤੇ ਉਹੀ ਪੰਧ ਰਹਿੰਦਾ, ਉਹੀ ਧਰਤ ਰਹਿੰਦੀ, ਉਹੀ ਆਕਾਸ਼ ਰਹਿੰਦਾ, ਉਹੀ ਸਾਖ ਤੇ ਉਹੀ ਸਰਬੰਧ ਰਹਿੰਦਾ, ਉਹੀ ਦਿਨ ਚੜ੍ਹਦਾ, ਉਹੀ ਰਾਤ ਪੈਂਦੀ ਤੇ ਉਹੀ ਸੂਰਜ ਤੇ ਉਹੀ ਚੰਦ ਰਹਿੰਦਾ। ਸਾਡੀ ਆਪਣੀ ਸੋਚ ਹੀ ਬਦਲਦੀ ਏ। ਜਦੋਂ ਤੁਸੀਂ ਹੁਣੇ ਕਹਿ ਕੇ ਹਟੇ ਹੋ, ਸਾਡੀ ਆਪਣੀ ਸੋਚ ਹੀ ਬਦਲਦੀ ਏ। ਉਹੀ ਲੋਕ ਰਹਿੰਦੇ ਤੇ ਉਹੀ ਢੰਗ ਰਹਿੰਦਾ। ਇਹ ਸਾਲ ਬਦਲਣ ਦੇ ਨਾਲ ਮਤਲਬ ਠੀਕ ਆ, ਕਿਉਂਕਿ ਇਹ ਸਾਨੂੰ ਅੰਕੜੇ ਵਰਤਣੇ ਪੈਂਦੇ ਨੇ, ਪਰ ਓਦਾਂ ਤਾਂ ਉਹੀ ਕੁਛ ਰਹਿੰਦਾ। ਪਰ ਅਸੀਂ ਆਸ ਤੇ ਅਰਦਾਸ ਤਾਂ ਜ਼ਰੂਰ ਕਰ ਸਕਦੇ ਹਾਂ ਨਾ ਆਉਣ ਵਾਲੇ ਸਾਲ ਲਈ। ਤੇ ਚਾਰ ਇੱਕ ਲਾਈਨਾਂ ਨੇ ਬਈ ਆਉਣ ਵਾਲੇ ਸਾਲ ਲਈ
ਵੀ ਸਾਰਿਆਂ ਨੂੰ ਖੁਸ਼ੀਆਂ ਖੇੜੇ ਤੇ ਅਮਨ ਦਾ ਸੰਦੇਸ਼ ਲੈ ਕੇ ਆਵੇ। ਬਿਲਕੁਲ ਜੀ। ਤੇ ਸਾਰੇ ਰਾਜੀ ਖੁਸ਼ੀ ਰਹਿਣ। ਹਾਂਜੀ, ਥੈਂਕ ਯੂ ਜੀ। ਲਾਈਨਾਂ ਨੇ ਵੀ ਆਤਮ ਘਾਤ ਕਰੇ ਨਾ ਕੋਈ, ਛੱਡ ਕਰਜੇ ਦੀਆਂ ਪੰਡਾਂ, ਸਾਧ ਲੁੱਟਣ ਨਾ ਲੋਕਾਂ ਤਾਈਂ, ਤਿਆਗਣ ਲੋਕ ਪਖੰਡਾਂ, ਵਿਦਿਆ ਦਾ ਚਾਨਣ ਬੜੇ ਸਹਾਰਾ, ਗੱਲਾਂ ਪਰ ਉਪਕਾਰ ਦੀਆਂ, ਨਵੇਂ ਸਾਲ ਵਿੱਚ ਹੋਣ ਪੂਰੀਆਂ ਆਸਾਂ ਕੁੱਲ ਸੰਸਾਰ ਦੀਆਂ। ਕਿਰਤੀ ਕਾਮੇ ਮਰਨ ਨਾ ਭੁੱਖੇ, ਵਿਹਲੇ ਮੌਜ ਉਡਾਵਣ ਨਾ, ਆਗੂ ਰਾਜ ਨੂੰ ਨੇਵਾ ਸਮਝਣ, ਆਗੂ ਰਾਜ ਨੂੰ ਸੇਵਾ ਸਮਝਣ, ਕਿਸੇ ਤੇ ਹੱਥ ਉਠਾਵਣ ਨਾ, ਦੇਸ਼ ਅਸਾਰੂ ਹੋਵਣ ਨੀਤੀਆਂ, ਸਾਡੀ ਜੇ ਸਰਕਾਰ ਦੀਆਂ, ਨਵੇਂ ਸਾਲ ਵਿੱਚ ਹੋਣ ਪੂਰੀਆਂ ਗੱਲਾਂ ਅਮਨ ਪਿਆਰ ਦੀਆਂ, ਆਦਮ ਖਾਣੀਆਂ ਬੀੜੀਆਂ ਤੋਪਾਂ, ਚੁੱਕੀਆਂ ਜਾਵਣ ਹੱਦਾਂ ਤੋਂ, ਕੰਡਿਆਲੀਆਂ ਤਾਰਾਂ ਪੁੱਟੀਆਂ ਜਾਵਣ ਦੇਸ਼ਾਂ ਦੀਆਂ ਸਰਹੱਦਾਂ ਤੋਂ, ਰਲ ਮਿਲ ਵਾਂਗ ਭਰਾਵਾਂ ਰਹੀਏ, ਲਗਾਮਾਂ ਛੱਡ ਹੰਕਾਰ ਦੀਆਂ, ਨਵੇਂ ਸਾਲ ਵਿੱਚ ਹੋਣ ਪੂਰੀਆਂ ਆਸਾਂ ਕੁੱਲ ਸੰਸਾਰ ਦੀਆਂ। ਆਖਰੀ ਸ਼ੇਰ ਆ ਜੀ, ਕੇਰ ਮਿਲੇ ਲੁਕਾਈ ਤਾਈ, ਕਰੋਨਾ ਤੋਂ ਛੁਟਕਾਰਾ, ਰੋੜੇ ਨਾ ਸੜਕਾਂ ਤੇ ਅੰਨਦਾਤਾ, ਛੇਤੀ ਹੋਏ ਨਿਪਟਾਰਾ, ਮਾਨੁਖਤਾ ਦੀ ਸੇਵਾ ਕਰੀਏ, ਮਾਨੁਖਤਾ ਦੀ ਸੇਵਾ ਕਰੀਏ, ਛੱਡ ਗੱਲਾਂ ਸਰਕਾਰ ਦੀਆਂ, ਨਵੇਂ ਸਾਲ ਵਿੱਚ ਹੋਣ ਪੂਰੀਆਂ ਗੱਲਾਂ ਅਮਨ ਅਮਾਨ ਦੀਆਂ, ਗੱਲਾਂ ਅਮਨ ਅਮਾਨ ਦੀਆਂ। ਸ਼ੁਕਰੀਆ ਜੀ ਤੁਹਾਡਾ। ਮਠਾਰੂ ਸਾਹਿਬ, ਦੇਖੋ ਮਠਾਰੂ ਸਾਹਿਬ ਨੇ ਬਹੁਤ ਵਧੀਆ ਕਵਿਤਾ ਇਹ ਲਿਖਦੇ ਵੀ ਨੇ, ਦੱਸਿਆ ਸੀ ਬੁੱਕਾਂ ਵੀ ਇਹਨਾਂ ਨੇ ਕਾਫੀ ਲਿਖੀਆਂ, ਹਿਸਟਰੀ ਤੇ ਲਿਖੀ। ਕਿੰਨੀ ਕਾਲ ਲੈ ਲੀਜੇ ਖੋਰ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਅਮਰਜੀਤ ਧਨਵਤ ਬੋਲ ਰਿਹਾ ਜੀ। ਡਾਕਟਰ ਸਾਹਿਬ ਸਵਾਗਤ ਹੈ ਪਹਿਲਾਂ ਤੁਹਾਨੂੰ ਨਵੇਂ ਸਾਲ ਦੀਆਂ, ਤੁਹਾਨੂੰ ਪਰਿਵਾਰ ਨੂੰ, ਤੁਹਾਨੂੰ ਵੀ ਵਧਾਈਆਂ। ਥੈਂਕ ਯੂ ਜੀ, ਤੁਹਾਨੂੰ ਵੀ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਤੇ ਇਹ ਜਿਹੜਾ ਨਵਾਂ ਸਾਲ ਹੈ ਬੜਾ ਉਮੀਦਾਂ ਭਰਿਆ ਹੈ। ਹਾਂਜੀ। ਤੇ ਪਿਛਲੇ ਸਾਲ ਤਾਂ ਸਾਨੂੰ ਕੋਵਿਡ ਦੇ ਨਾਲ ਨਜਿੱਠਣਾ ਪਿਆ ਸੀ। ਇਸ ਸਾਲ ਅਸੀਂ ਉਮੀਦ ਕਰਦੇ ਹਾਂ ਕਿ ਕੋਵਿਡ ਦੇ ਟੀਕੇ ਜ਼ਰੂਰ ਫਰਕ ਪਾਉਣਗੇ, ਜਿਹੜੇ ਕਿ ਜਲਦੀ ਸਾਰਿਆਂ ਨੂੰ ਲੱਗਣੇ ਸ਼ੁਰੂ ਹੋ ਜਾਣਗੇ। ਜਦ ਤੱਕ ਟੀਕੇ ਨਹੀਂ ਲੱਗ ਜਾਂਦੇ ਉਨੀ ਦੇਰ ਤੱਕ ਸਭ ਨੇ ਰਲ ਮਿਲ ਕੇ ਰਹਿਣਾ ਹੈ ਤੇ ਇੱਕ ਦੂਜੇ ਦਾ ਖਿਆਲ ਰੱਖਣਾ ਹੈ। ਮੈਂ ਤੇ ਕਹਾਂਗਾ ਕਿ ਸਾਡੀ ਜਦੋਜਹਿਦ ਕੋਵਿਡ ਨਾਲ ਹੈ, ਅਸੀਂ ਇੱਕ ਦੂਜੇ ਦੇ ਸਹਾਰੇ ਨਾਲ ਇਸ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਸਹੀ ਗੱਲ ਹੈ ਜੀ। ਦੇਖੋ ਅਸੀਂ ਰਲ ਮਿਲ ਕੇ ਫੋਨਾਂ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਜਾਂ ਫੇਸ ਟਾਈਮ ਰਾਹੀਂ ਜਾਂ ਜ਼ੂਮ ਰਾਹੀਂ ਜਾਂ ਤੁਹਾਡੇ ਪ੍ਰੋਗਰਾਮਾਂ ਰਾਹੀਂ ਮਿਲ ਕੇ ਰਹੀਏ ਤਾਂ ਇਸ ਨੂੰ ਜ਼ਰੂਰ ਅਸੀਂ ਨਜਿੱਠ ਸਕਦੇ ਹਾਂ। ਜਦ ਤੱਕ ਕਿ ਟੀਕੇ ਨਹੀਂ ਲੱਗ ਜਾਂਦੇ ਉਨੀ ਦੇਰ ਤੱਕ ਜਿਹੜੀਆਂ ਹਦਾਇਤਾਂ ਸਾਨੂੰ ਦਿੱਤੀਆਂ ਗਈਆਂ ਹਨ, ਜਿਵੇਂ ਮਾਸਕ ਤੇ ਸੋਸ਼ਲ ਡਿਸਟੈਂਸ ਤੇ ਹੱਥ ਧੋਣੇ ਤੇ ਇਹ ਜ਼ਰੂਰ ਅਪਣਾਈਏ। ਇਸ ਤੇ ਕਰਨ ਨਾਲ ਉਮੀਦ ਕਰਦੇ ਹਾਂ ਕਿ ਅਸੀਂ ਇਹ ਮਹਾਮਾਰੀ ਤੋਂ ਬਚ ਸਕਾਂਗੇ। ਮੈਂ ਇਹ ਕਹਾਂਗਾ ਕਿ ਇਸ ਨਵੇਂ ਸਾਲ ਵਿੱਚ ਸਾਡੀ ਅਰਦਾਸ ਹੈ ਕਿ ਸਾਡੀ ਸਮੁੱਚੀ ਲੋਕਾਈ ਦੀ ਸੁਖ ਸ਼ਾਂਤੀ ਲਈ ਤੇ ਉਹਨਾਂ ਨੂੰ ਕੋਵਿਡ ਤੋਂ ਸੁਰੱਖਿਅਤ ਕਰੇ। ਤੇ ਉਹਨਾਂ ਕਿਸਾਨਾਂ ਲਈ ਵੀ ਸਾਡੀ ਅਰਦਾਸ ਹੈ ਜੋ ਦਿੱਲੀ ਬਾਰਡਰ ਤੇ ਹਰ ਸਰਦੀਆਂ ਵਿੱਚ ਬੈਠੇ ਹਨ ਤੇ ਅਸੀਂ ਉਮੀਦ ਰੱਖਦੇ ਹਾਂ ਕਿ ਉਹ ਆਪਣੇ ਟੀਚੇ ਵਿੱਚ ਸਫਲ ਹੋਣ। ਇਹ ਸਾਡੀ ਅਰਦਾਸ ਹੈ ਇਸ ਵੇਲੇ। ਡਾਕਟਰ ਸਾਹਿਬ ਸੋ ਨਾਈਸ ਆਫ ਯੂ, ਥੈਂਕ ਯੂ ਜੀ। ਤੁਸੀਂ ਮਿਹਰਬਾਨੀ ਡਾਕਟਰ ਸਾਹਿਬ, ਹੌਸਲੇ ਵਾਲੀਆਂ ਗੱਲਾਂ ਕਹੀਆਂ ਨੇ ਜੀ। ਏਕਤਾ ਖਾਸ ਕਰਕੇ ਡਾਕਟਰ ਸਾਹਿਬ ਤੁਸੀਂ ਜਿਹੜੀਆਂ ਜ਼ੂਮ ਕਲਾਸਿਸ ਵਗੈਰਾ ਲਾਉਂਦੇ ਹੋ, ਟੈਕਨੀਕਲੀ ਲੋਕਾਂ ਨੂੰ ਸਿਖਾਉਂਦੇ ਹੋ, ਇਹ ਬੜਾ ਤੁਹਾਡਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਜੀ, ਜਿਹਦੇ ਨਾਲ ਤੁਸੀਂ ਜਿਹੜੇ ਸੀਨੀਅਰਸ ਆ ਉਹਨਾਂ ਨੂੰ ਆਪਸ ਵਿੱਚ ਮਿਲਦੇ ਜੁਲਦੇ ਰੱਖਿਆ, ਜਿਹਨੇ ਇੱਕ ਟੈਕਨੀਕ ਵਰਤ ਸਕਦੇ ਸਨ। ਬੜੀ ਵੱਡੀ ਗੱਲ ਕੀਤੀ ਤੁਸੀਂ। ਹੁਣ ਕੋਸ਼ਿਸ਼ ਕਰ ਰਹੇ ਵੀ ਸਾਡੇ ਕੋਈ ਸਟੂਡੈਂਟਸ ਹੈਲਪ ਕਰਨਾ ਚਾਹੁੰਦੇ ਆ। ਹਾਂਜੀ। ਇਹਨਾਂ ਨੇ ਦੋਕ ਦੀ ਮੈਨੂੰ ਈਮੇਲ ਆਈ ਹੈ ਵੀ ਜੇ ਕੋਈ ਸੀਨੀਅਰ ਜ਼ੂਮ ਸਿੱਖਣਾ ਚਾਹੁੰਦੇ ਆ ਤੇ ਉਹ ਵੀ ਹੈਲਪ ਕਰ ਸਕਦੇ ਆ। ਅੱਛਾ, ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਜੀ ਉਹਦੀ? ਸਟੂਡੈਂਟਸ ਜਾਂ ਸਾਡੇ ਕੋਲ ਹਨ। ਹਾਂਜੀ। ਤੇ ਉਹਨਾਂ ਦੇ ਅਸੀਂ ਨੰਬਰ ਦੇ ਸਕਦੇ ਹਾਂ, ਸਾਡੇ ਨਾਲ ਸੰਪਰਕ ਪੈਦਾ ਕਰ ਲਿਆ। ਮੈਨੂੰ ਤੁਸੀਂ ਆਪਣਾ ਨੰਬਰ ਕੰਟੈਕਟ ਦੇ ਸਕਦੇ ਹਾਂ ਤੇ ਉਹ ਸਟੂਡੈਂਟਸ ਛੁੱਟੀਆਂ 'ਚ ਜਾਂ ਵੀਕਐਂਡ ਤੇ ਜਦੋਂ ਟਾਈਮ ਮਿਲਦਾ ਹੈ ਤੇ ਉਹ ਵੀ ਸਿਖਾ ਸਕਦੇ ਆ। ਤੁਸੀਂ ਆਪਣਾ ਨੰਬਰ ਦੇਣਾ ਚਾਹੋਗੇ ਜੇ ਕੋਈ ਸੁਣ ਰਿਹਾ ਇਸ ਵੇਲੇ, ਜੇ ਉਹਨਾਂ ਨੂੰ ਲੋੜ ਹੋਵੇ ਤਾਂ ਕੋਈ ਤੁਹਾਨੂੰ ਕੰਟੈਕਟ? ਆਪਣਾ ਸਰਵਰ ਦਾ ਨੰਬਰ ਹੈਗਾ। ਓਕੇ, ਠੀਕ ਹੈ ਜੀ, ਠੀਕ ਹੈ ਜੀ, ਓਕੇ ਜੀ। ਅਸੀਂ ਇਹ ਨੰਬਰ ਸ਼ੇਅਰ ਕਰ ਲੈਂਦੇ ਹਾਂ ਜੀ। ਤੇ ਥੈਂਕ ਯੂ ਡਾਕਟਰ ਸਾਹਿਬ, ਸੋ ਨਾਈਸ ਆਫ ਯੂ। ਓਕੇ ਜੀ, ਥੈਂਕਸ ਫॉर ਕਾਲਿੰਗ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
ਦੇਖੋ ਨੱਥ ਸਾਹਿਬ ਇਹਨਾਂ ਨੇ ਡਾਕਟਰ ਸਾਹਿਬ ਨੇ ਚਲੋ ਬਹੁਤ ਸੇਵਾ ਕਰਦੇ ਆ, ਆਪਣਾ ਟਾਈਮ ਕੱਢਦੇ ਆ, ਪਾਕਟ ਚੋਂ ਖਰਚਾ ਵੀ ਕਰਦੇ ਆ। ਦੇਖੋ ਇਹਨਾਂ ਨੇ ਜਿਹੜੀ ਗੱਲ ਕਈ ਵਾਰੀ ਸਾਡੇ ਵੀ ਕਈ ਮੈਂਬਰ ਜ਼ੂਮ ਮੀਟਿੰਗ ਤੇ ਨਹੀਂ ਆ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਉਹਨਾਂ ਨੂੰ ਹੈਲਪ ਦੀ ਲੋੜ ਆ। ਤੇ ਇਸੇ ਤਰ੍ਹਾਂ ਅਸੀਂ ਕੰਪਿਊਟਰ ਵੀ ਸਿਖਾਉਂਦੇ ਆ। ਚਲੋ ਇਹ ਸਟੂਡੈਂਟਾਂ ਵਾਲੀ ਗੱਲ ਬਹੁਤ ਵਧੀਆ ਇਹਨਾਂ ਨੇ ਕੀਤੀ ਆ ਕਿਉਂਕਿ ਹੁਣ ਉਹ ਕਲਾਸਾਂ ਅਸੀਂ ਲਾ ਨਹੀਂ ਸਕਦੇ ਤੇ ਜੇ ਕਿਸੇ ਵੀ ਸੀਨੀਅਰ ਨੂੰ ਪ੍ਰੋਬਲਮ ਹੋਵੇ, ਉਹ ਸਿੱਖਣਾ ਚਾਹੁੰਦਾ ਹੋਵੇ, ਡਾਕਟਰ ਸਾਹਿਬ ਨੇ ਜਿੱਦਾਂ ਕਿਹਾ ਉਹ ਸਾਨੂੰ ਕਾਂਟੈਕਟ ਕਰ ਲਵੇ, ਅਸੀਂ ਫਿਰ ਉਹਨਾਂ ਸਟੂਡੈਂਟਾਂ ਨੂੰ ਉਹਨਾਂ ਦੇ ਨਾਲ ਕਾਂਟੈਕਟ ਕਰਾ ਦਿਆਂਗੇ ਟੈਲੀਫੋਨ ਰਾਹੀਂ ਤੇ ਉਹ ਉਹਨਾਂ ਦੀ ਹੈਲਪ ਕਰ ਦੇਣਗੇ ਕਿਉਂਕਿ ਕਈ ਵਾਰੀ ਸਾਡੇ ਕੋਲ ਵੀ ਲਿਮਿਟਡ ਨੌਲੇਜ ਹੁੰਦੀ ਹੈ। ਬਿਲਕੁਲ ਜੀ। ਆਪਣਾ ਕਾਲਰ ਜੁੜ ਗਏ ਨੇ ਜੀ, ਆਪਾਂ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਸ਼ੁਭਨਾਮਾ, ਕਿੱਥੋਂ ਬੋਲ ਰਹੇ ਹੋ ਜੀ? ਹੈਲੋ ਕਾਲਰ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰੇ ਖਿਆਲ ਆਪਾਂ ਨੂੰ ਹੋਲਡ ਤੇ ਕਰ ਗਏ ਨੇ ਤੇ ਆਪਾਂ ਉਹਨਾਂ ਨੂੰ ਹੋਲਡ ਕੀਤਾ ਸੀਗਾ ਤੇ ਆਪਾਂ ਲੁਕਣ ਮਿੱਟੀ ਖੇਡਣ ਲੱਗੇ ਹਾਂ ਹੋਲਡ ਕਰਨ ਦੀ। ਤੇ ਤੁਸੀਂ ਪਲੀਜ਼ ਹੈਲੋ, ਸਤਿ ਸ਼੍ਰੀ ਅਕਾਲ ਜੀ। ਚਲੋ ਕੋਈ ਗੱਲ ਨਹੀਂ, ਠਹਿਰ ਕੇ ਸੌਰੀ। ਹਾਂਜੀ ਦੇਖੋ ਇਹ ਕਈ ਗੱਲਾਂ ਇੱਦਾਂ ਦੀਆਂ ਹੁੰਦੀਆਂ ਕਿ ਤੁਹਾਨੂੰ ਗਾਈਡੈਂਸ ਦੀ ਲੋੜ ਹੁੰਦੀ। ਬਿਲਕੁਲ, ਹਾਂਜੀ। ਤੇ ਅਸੀਂ ਵੀ ਇੰਨੇ ਐਕਸਪਰਟ ਤਾਂ ਹੈ ਨਹੀਂ, ਅਸੀਂ ਵੀ ਕਾਫੀ ਕੁਛ ਹੋਣਾ COVID-19 ਕਰਕੇ ਕਈ ਗੱਲਾਂ ਸਿੱਖੀਆਂ। ਬਿਲਕੁਲ, ਜਿਹੜੀਆਂ ਸਿੱਖਣੀਆਂ। ਦੇਖੋ ਅੱਛਾ, ਹੁਣ ਉਹ ਸੋਚਣ ਵਾਲੀ ਗੱਲ ਹੈ, ਹੁਣ ਆਪਾਂ ਫਸਾਇਆ ਨੇ ਸਿੱਖੀਆਂ ਜੀ। ਜੇ ਪਹਿਲਾਂ ਸਿੱਖੀਆਂ ਹੁੰਦੀਆਂ, ਜਦੋਂ ਲੋਕ ਕਹਿੰਦੇ ਸੀਗੇ ਸਿੱਖ ਲਓ ਸਿੱਖ ਲਓ ਸਿੱਖ ਲਓ, ਉਦੋਂ ਕਹਿੰਦੇ ਸੀ ਮੈਂ ਨਹੀਂ ਕਰਨਾ ਜਾਂ ਮੇਰੇ ਮੇਚ ਨਹੀਂ ਹੈਗੀ, ਇਹੋ ਜਿਹੀ ਗੱਲ ਹੈ। ਜੇ ਪਹਿਲਾਂ ਹੀ ਸਿੱਖੀਆਂ ਹੁੰਦੀਆਂ ਤਾਂ ਕੰਮ ਸੌਖਾ ਨਾਲ ਆ ਜਾਂਦਾ ਪੂਰਾ। ਦੇਖੋ ਨੱਥ ਸਾਹਿਬ, ਛੋਟੀ ਜਿਹੀ ਗੱਲ ਮੈਂ ਤੁਹਾਨੂੰ ਦੱਸਦਾ। ਮੇਰਾ ਨਾ ਵਾਈਪਰ ਕਾਰ ਦਾ ਖਰਾਬ ਹੋ ਗਿਆ। ਉਹ ਪਤਾ ਨਹੀਂ ਉਹ ਫਰੀਜ਼ ਹੋ ਜਾਂਦਾ ਨਾ ਜਦੋਂ, ਤੇ ਉਹ ਰਬੜ ਜੀ ਉੱਛੜ ਗਈ ਤੇ ਮੈਂ ਉਹ ਪੁਰਾਣਾ ਖੋਲ ਕੇ ਤਾਂ ਕੈਨੇਡੀਅਨ ਟਾਇਰ ਗਿਆ ਤੇ ਉੱਥੇ ਕਾਰਾਂ ਕੂਰਾਂ ਵੀ ਘੱਟ ਤੇ ਉਹ ਜਿਹੜਾ ਇਨਸਾਈਡ ਜਾਣ ਲਈ ਸੀ ਉਹ ਵੀ ਬੰਦ ਕੀਤਾ। ਕਾਲ ਲੈ ਲਓ, ਕਾਲ ਲੈ ਲਈਏ ਫਿਰ ਆਪਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਸ਼ੁਭਨਾਮਾ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਨੱਥ ਸਾਹਿਬ ਜੀ ਸਤਿ ਸ੍ਰੀ ਅਕਾਲ ਤੇ ਸਰਵਨ ਸਿੰਘ ਲੀਡਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਹਿਬ, ਕੀ ਹਾਲ ਤੁਹਾਡਾ? ਕੀ ਹਾਲ ਹੈ? ਹਾਂਜੀ, ਕਿਰਪਾ ਵਾਹਿਗੁਰੂ ਦੀ ਜੀ, ਗੁਰੂ ਮਹਾਰਾਜ ਦੀ ਮਿਹਰ ਹੈ ਜੀ ਪੂਰੀ। ਹੁਕਮ ਕਰੋ ਜੀ। ਤੁਹਾਨੂੰ ਪਹਿਲਾਂ ਵਧਾਈਆਂ ਜੀ ਨਵੇਂ ਸਾਲ ਦੀਆਂ। ਆਪ ਜੀ ਨੂੰ ਵੀ, ਦੋਨਾਂ ਨੂੰ, ਸਾਰੇ ਪਰਿਵਾਰ ਨੂੰ, ਸਾਰੇ ਜਿੰਨੇ ਵੀ ਸਰੋਤੇ ਨੇ ਤੁਹਾਡੇ ਹਮਦਰਦ ਟੀਵੀ ਦੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਜੀ, ਮਿਹਰਬਾਨੀ। ਮੈਂ ਪੁੱਛਣਾ ਸੀ ਸੋਹਲ ਸਾਹਿਬ ਮੈਂ ਪੁੱਛਣਾ ਸੀ ਵੀ ਤੁਸੀਂ ਇਹ ਨਵਾਂ ਸਾਲ ਕਿੱਦਾਂ ਚੜਾਇਆ? ਕਿਉਂਕਿ ਸਾਡੇ ਤੇ ਇੱਥੇ ਲਾਕਡਾਊਨ ਸੀਗਾ, ਤੁਹਾਡੇ ਵੀ ਲਾਕਡਾਊਨ ਸੀ? ਹਾਂਜੀ, ਸਾਡੇ ਵੀ ਰੈਡ ਜ਼ੋਨ ਆ ਜੀ, ਲਾਕਡਾਊਨ ਵਰਗਾ ਕੰਮ ਆ ਜੀ ਇੱਥੇ ਵੀ। ਇੱਕ ਦੂਜੇ ਦੇ ਘਰ ਨਹੀਂ ਜਾ ਸਕਦੇ। ਇਹ ਨੰਬਰਾਂ 'ਚ ਆਪਣੇ ਬਰਾਬਰ ਚੱਲਦਾ ਜੀ। ਹੁਣ ਤੀਜਾ ਹਿੱਸਾ ਆਬਾਦੀ ਇਹਨਾਂ ਦੀ ਨਹੀਂ। ਹੁਣ ਵੀਰ ਜੀ ਗੱਲ ਇਹ ਆ ਕਿ ਜਿਵੇਂ ਆਪਣੇ ਕਿਹਾ ਠਿੱਤਵਾਨਾ ਜੋਗੀ ਨੇ ਰੁੱਤਵਾਨਾ ਕੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੇ ਤੋਂ ਰੋਜ਼ ਹੀ ਨਵਾਂ ਸਾਲ ਆ ਜੀ ਆਪਣਾ, ਰੋਜ਼ ਹੀ ਜੇ ਆਪਾਂ ਠਿੱਤਵਾਨ ਨਹੀਂ ਜਾਣਦੇ ਕਿਸੇ। ਹਾਂਜੀ ਹਾਂਜੀ, ਬਿਲਕੁਲ ਨਵਾਂ ਸਾਲ ਰੋਜ਼ ਹੀ। ਇਹ ਤਾਂ ਗੱਲ। ਵੀਰ ਜੀ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ, ਇਹ ਜਿਹੜੀ ਜਨਵਰੀ ਆ ਉਹ ਆਪਾਂ ਨੂੰ ਸੁਪਨੇ ਦਿਖਾਉਂਦੀ ਆ ਜੀ। ਹਾਂਜੀ, ਜਿਹੜਾ ਦਸੰਬਰ ਆ ਆਪਾਂ ਨੂੰ ਸ਼ੀਸ਼ਾ ਦਿਖਾਉਂਦਾ ਜੀ ਉਹ। ਵੈਰੀ ਗੁੱਡ, ਬੜੀ ਵਧੀਆ ਗੱਲ ਕੀਤੀ ਆ ਸੋਹਲ ਸਾਹਿਬ। ਇਹਦਾ ਫਿਲਾਸਫਰਾਂ ਵਾਲੀ ਗੱਲ ਕਰਤੀ ਸੋਹਲ ਸਾਹਿਬ ਜੀ। ਬਸ ਐਵੇਂ ਜੀ ਤੁਹਾਡੀ ਸ਼ਾਗਿਰਦੀ ਕਰਦੇ ਆ ਲੀਡਰ ਸਾਹਿਬ। ਕਿਉਂ ਜੀ? ਦੇਖਿਆ ਏਦਾਂ ਤਾਂ ਹੋਰ ਆ ਜੀ, ਤੁਸੀਂ ਇਹਨੂੰ ਜੋ ਮੈਂ ਇੱਕ ਔਰ ईंट गिर गई दीवारें जिंदगी से, एक और ईंट गिर गई दीवारें जिंदगी से, नादान कह रहे हैं नया साल मुबारक हो। क्या बात है। ਤੁਸੀਂ ਸੋਹਲ ਸਾਹਿਬ ਚੜ੍ਹਦੀ ਕਲਾ ਦੀਆਂ ਗੱਲਾਂ ਕਰਿਆ ਕਰੋ। ਨਹੀਂ, ਤੁਸੀਂ ਵੀ ਕੀਤੀ ਆ, ਉਹਦਾ ਜਵਾਬ ਦੇ ਰਹੇ ਆ ਨੇ ਕੀਤੀ ਸੀ ਇਹ ਗੱਲ ਤਾਂ। ਇੱਕ ਹੋਰ ਆ ਕਿ ਆਪਾਂ ਨੂੰ ਕੱਲ ਤੋਂ ਸਿੱਖਣਾ ਚਾਹੀਦਾ ਤੇ ਅੱਜ ਦੇ ਵਿੱਚ ਜਿਉਣਾ ਚਾਹੀਦਾ ਤੇ ਜਿਹੜਾ ਆਉਣ ਵਾਲਾ ਕੱਲ ਉਹ 'ਚ ਆਪਾਂ ਨੂੰ ਆਸ਼ਾ ਰੱਖਣੀ ਚਾਹੀਦੀ ਹੈ ਜੀ। ਬਿਲਕੁਲ। ਇੱਕ ਜਿਹੜੀ ਕੇਰ ਸਿੰਘ ਮਠਾੜ ਜੀ ਨੇ ਕਵਿਤਾ ਸੁਣਾਈ ਸੀ, ਬਹੁਤ ਵਧੀਆ ਕਵਿਤਾ ਜੀ। ਲੱਗਦਾ ਮੋਦੀ ਜੀ ਨੂੰ ਉਹਨਾਂ ਨੇ ਸੰਬੋਧਿਤ ਕਰਕੇ ਕਹੀ ਹੈ ਜੀ ਕਵਿਤਾ। ਓਕੇ, ਥੈਂਕ ਯੂ ਜੀ। ਥੈਂਕ ਯੂ ਸੋਹਲ ਸਾਹਿਬ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਦੇਖੋ ਸੋਹਲ ਸਾਹਿਬ ਨੇ ਬੜੀਆਂ ਤਿੰਨ ਚਾਰ ਫਿਕਰਾਂ ਦੇ ਵਿੱਚ ਸਾਰਾ ਕੁਝ ਹੀ ਬੰਦ ਕਰ ਦਿੱਤਾ। ਬਹੁਤ ਵਧੀਆ ਗੱਲਾਂ ਕਰ ਗਿਆ ਉਹ। ਦੇਖੋ ਇਹ ਹੁੰਦਾ, ਇਹੀ ਹੁੰਦਾ ਨਾ ਜ਼ਿੰਦਗੀ ਦਾ ਤਜਰਬਾ। ਜ਼ਿੰਦਗੀ ਦਾ ਤਜਰਬਾ। ਮੇਰੇ ਕੋਲ ਹੁਣ ਮੈਨੂੰ ਚੇਤਾ ਆ ਗਿਆ ਕਿ ਇੱਕ ਸਾਡਾ ਪਹਿਲਾਂ ਮੈਂ ਉਹ ਗੱਲ ਪੂਰੀ ਕਰ ਲਵਾਂ। ਵਾਈਪਰ ਵਾਲੀ ਗੱਲ ਕਰ ਲਓ। ਵਾਈਪਰ ਵਾਲੀ ਨਹੀਂ ਤਾਂ ਵਾਈਪਰ ਚੱਲਣੇ ਨਹੀਂ। ਮੈਂ ਕੈਨੇਡੀਅਨ ਟਾਇਰ ਗਿਆ। ਹਾਂਜੀ, ਉਹ ਬੰਦ। ਹਾਂਜੀ, ਤੇ ਉਹ
ਕੋਈ ਕਾਰ ਖੜੀ ਸੀ, ਉਹ ਪਿਕਅਪ ਕਰਨ ਆਏ ਸੀ ਪਾਰਟ। ਅੱਛਾ ਜੀ। ਤੇ ਉਹ ਮੁੰਡੇ ਨੂੰ ਮੈਂ ਪੁੱਛਿਆ, ਉਹ ਕਹਿੰਦਾ ਜੀ ਆਨਲਾਈਨ ਆਰਡਰ ਕਰੋ। ਹਾਂਜੀ। ਹੁਣ ਆਨਲਾਈਨ ਮੈਂ ਕਿਹਾ ਬਈ ਮੈਨੂੰ ਤੇ ਇਹ ਵੀ ਨਹੀਂ ਪਤਾ ਇਹ ਕਿੰਨੇ ਇੰਚ ਆ, ਕਿ ਕਿਹੜੇ ਮੇਕਰ ਆ, ਕਿੱਦਾਂ। ਉਹ ਕਹਿੰਦਾ ਜੀ ਇਹ ਫਿਰ ਸਰਚ ਕਰੋ। ਹਾਂਜੀ, ਕਿਹੜੀ ਮੇਕ ਹੈਗੀ ਆ, ਮੇਕ ਦਾ ਈਅਰ ਕਿਹੜਾ, ਉਹ ਦੇਖੋ ਇਹ ਵੀ ਹੁਣ ਦੇਖੋ ਕਈ ਵਾਰੀ ਚਲੋ ਕਾਰ ਦਾ ਤੁਹਾਨੂੰ ਪਤਾ ਹੋਊਗਾ, ਫਿਰ ਜਦ ਤੁਸੀਂ ਆਰਡਰ ਕਰਨਾ ਤੇ ਉੱਥੇ ਵੀ ਤੁਹਾਨੂੰ ਇਨਫੋਰਮੇਸ਼ਨ ਪੂਰੀ ਹੋਣੀ ਚਾਹੀਦੀ ਆ। ਫਿਰ ਮੈਂ ਡੀਲਰਾਂ ਨੂੰ ਕੀਤਾ ਫੋਨ, ਤੇ ਫਿਰ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ। ਉਹ ਡੀਲਰਾਂ ਤੋਂ ਮਿਲਦਾ ਮਹਿੰਗਾ, ਪਰ ਮੈਨੂੰ ਡੀਲਰਾਂ ਤੇ ਲਿਆਉਣਾ ਪਿਆ। ਤੁਸੀਂ ਇਉਂ ਦੇਖੋ, ਕਈ ਵਾਈਪਰਸ 2 ਵਾਈਪਰ ਲੱਗੇ ਹੁੰਦੇ ਨਾ, ਕਈ ਕਾਰਾਂ ਦੇ ਉਹਨਾਂ ਦੇ 1 ਵਾਈਪਰ ਹੀ ਹੁੰਦਾ ਆਉਂਦਾ ਰਿਹਾ ਹੈ। ਹਾਂਜੀ। ਤੇ ਮੋਸਟਲੀ 2 ਵਾਈਪਰਸ ਹੁੰਦੇ ਨੇ। 2 ਹੁੰਦੇ। ਦੋਨਾਂ ਦਾ ਕਈ ਵਾਰੀ ਸਾਈਜ਼ ਵੱਖਰਾ ਹੁੰਦਾ, ਦੋਨੇ ਸੇਮ ਸਾਈਜ਼ ਦੇ ਵਾਈਪਰਸ ਨਹੀਂ ਹੁੰਦੇ। ਉਹ ਤਾਂ ਹੀ ਪੁੱਛਦਾ ਸੀ ਵੀ ਪੈਸੇਂਜਰ ਸਾਈਡ ਕੇ ਡਰਾਈਵਰ। ਯੈਸ, ਇਹ ਵੀ ਗੱਲ ਹੈਗੀ ਆ, ਦੋਨੇ ਵੱਖਰੇ ਵੱਖਰੇ ਸਾਈਜ਼ ਦੇ ਹੋਣਗੇ। ਸਾਰਿਆਂ ਦੇ ਨਹੀਂ, ਬਹੁਤ ਕਾਰਾਂ ਐਸੀਆਂ ਨੇ ਜਿਨ੍ਹਾਂ 'ਚ ਦੋਨੇ ਵਾਈਪਰਸ ਦਾ ਸਾਈਜ਼ ਵੱਖਰਾ ਵੱਖਰਾ ਹੋਏਗਾ। ਦੇਖੋ ਮੈਂ ਇਹ ਗੱਲ ਤਾਂ ਕੀਤੀ ਸੀ ਵੀ ਉਹ ਦੇਖੋ ਹੁਣ ਮੈਨੂੰ ਵੀ ਮੈਂ ਹੁਣ ਸਿੱਖਣਾ ਨਿਆਣਿਆਂ ਤੋਂ ਕਿ ਜੇ ਆਰਡਰ ਕਰਨਾ ਹੋਵੇ ਆਨਲਾਈਨ, ਦੇਖੋ ਸਮਾਂ ਇਦਾਂ ਦਾ ਆਉਂਦਾ ਜਾਂਦਾ ਕਿ ਸਾਡੀ ਸੀਨੀਅਰ ਲਾਈਫ ਜਿਹੜੀ ਨਾ ਉਹ ਕਾਫੀ ਡਿਫਰੈਂਟ ਹੋਈ ਜਾਂਦੀ ਹੈ। ਨੈਚੁਰਲੀ ਹੈ ਜੀ। ਸਾਨੂੰ ਜੀ ਹੁਣ ਨਵੀਂ ਗੱਲ ਹੋਰ ਆ ਰਹੀ ਹੈ, ਮੈਨੂੰ ਆਪਣੇ ਬਾਜਵਾ ਸਾਹਿਬ ਨੇ, ਰੁਪਿੰਦਰ ਬਾਜਵਾ ਸਾਹਿਬ, ਉਹਨਾਂ ਨੇ ਇੱਕ ਵੀਡੀਓ ਭੇਜੀ ਹੈ ਜੀ ਆਪਣੇ। ਹਾਂ, ਦਰਸ਼ਕ ਨੇ, ਉਹ ਰੈਗੂਲਰ ਨੇ ਇਸ ਪ੍ਰੋਗਰਾਮ ਤੇ ਵੀ, ਤੇ ਸ਼ਾਮ ਵਾਲੇ ਦੇ ਤਾਂ ਪੱਕੇ ਨੇ। ਹਾਂਜੀ ਹਾਂਜੀ। ਉਹਨਾਂ ਨੇ ਇੱਕ ਵੀਡੀਓ ਭੇਜੀ, ਤੁਹਾਨੂੰ ਮੈਂ ਟੈਕਨੋਲੋਜੀ ਦੀ ਗੱਲ ਦੱਸਦਾ ਜੀ। ਸਵੀਡਨ ਦੇ ਵਿੱਚ ਆਲਰੇਡੀ ਇਹ ਚੀਜ਼ ਚੱਲ ਪਈ ਹੈ। ਅੱਛਾ ਜੀ। ਤੁਹਾਨੂੰ ਇਹਦੀ ਲੋੜ ਨਹੀਂ, ਵਾਲਟ ਦੀ ਲੋੜ ਨਹੀਂ, ਕੁਛ ਲੋੜ ਨਹੀਂ। ਜਿੱਥੇ ਕਿਤੇ ਕੋਈ ਪਰਚੇਸ ਕਰਨੀ ਹੈ, ਹੁਣ ਆਪਾਂ ਫੋਨ ਦੇ ਨਾਲ ਕਹਿੰਦਾ ਫੋਨ ਸਵਾਈਪ ਕਰ ਦਿੰਦੇ ਕਿ ਥਾਂ। ਹਾਂਜੀ ਹਾਂਜੀ। ਨਹੀਂ ਜੀ, ਉਹ ਤੁਹਾਡੇ ਇੱਥੇ ਉਂਗਲਾਂ 2 ਉਂਗਲਾਂ ਦੇ ਵਿਚਾਲੇ ਇੱਕ ਚਿਪ ਪਾ ਦੇਣਾ, ਇਹ ਏਡਾ ਛੋਟਾ ਜਿਹਾ। ਅੱਛਾ। ਉਹੀ ਸਵਾਈਪ ਕਰਨਾ, ਉਹਨਾਂ ਤੁਹਾਡਾ ਬੈਂਕ ਅਕਾਊਂਟ ਉਹ 'ਚ ਪੈਸੇ ਚਲੇ ਜਾਣੇ ਆ। ਉਹੀ ਤੁਹਾਡੇ ਡੋਰ ਦਾ ਲੌਕ ਹੈ, ਸਵਾਈਪ ਕਰਨਾ, ਖੁੱਲ ਜਾਣਾ। ਜੋ ਕੁਛ ਵੀ ਤੁਸੀਂ ਉਹ 'ਚ ਪ੍ਰੋਗਰਾਮ ਕੀਤਾ ਜਾ ਸਕਦਾ ਹੈ। ਸੋ ਵੀ ਹੈਵ ਟੂ ਲਰਨ ਵਿਦ ਦ ਨੀਡ। ਅਸੀਂ ਨਵੀਂ ਟੈਕਨੋਲੋਜੀ ਤੋਂ ਬਚ ਨਹੀਂ ਸਕਦੇ। ਹੋਰ ਗੱਲ ਇੱਕ ਤਰਾਸ ਦੀ ਇਸ ਦੀ ਕਿ ਜੋ ਅਸੀਂ ਅੱਜ ਸਿੱਖ ਲਿਆ, ਕੱਲ੍ਹ ਨੂੰ ਉਹ ਕੰਮ ਨਹੀਂ ਆਉਣਾ, ਕਿਉਂਕਿ ਕੱਲ੍ਹ ਨੂੰ ਨਵੀਂ ਚੀਜ਼ ਹੋਰ ਆ ਗਈ ਹੈ। ਸੋ ਸਟੈਪ ਬਾਈ ਸਟੈਪ ਸਿੱਖਦੇ ਤੁਰੇ ਜਾਓ। ਇਹ ਨਾ ਹੋਵੇ ਵੀ ਤੁਸੀਂ 0 ਤੇ ਖੜੇ ਹੋ ਤੇ ਤੁਹਾਨੂੰ 100 ਤੇ ਜਾਣਾ ਪਵੇ। ਜੇ 0 ਤੋਂ 1 2 3 ਕਰਕੇ ਨਾਲ ਨਾਲ ਤੁਰੇ ਜਾਓਗੇ ਤਾਂ 99 ਤੋਂ 100 ਤੇ ਜਾਣਾ ਸੌਖਾ ਹੈ। ਇਹ ਫਿਰ ਜਿਹੜਾ ਚਿਪ ਆ, ਹਾਂਜੀ, ਇਹ ਫਿਰ ਹਸਬੈਂਡ ਭਾਈ ਦੋਨਾਂ ਦੇ ਲੱਗੂ ਕਿ ਇੱਕ ਦੇ? ਨਹੀਂ, ਤੁਹਾਡੀ ਮਰਜ਼ੀ ਆ। ਉਹ ਤਾਂ ਤੁਹਾਡੀ ਆਪਣੀ ਅਕਾਊਂਟ ਆ, ਵੱਖਰੇ ਅਕਾਊਂਟ ਹਰ ਇੱਕ ਦਾ ਵੱਖਰਾ ਵੱਖਰਾ। ਹਾਂਜੀ, ਜਿਵੇਂ ਹੁਣ ਤੁਹਾਡਾ ਬੈਂਕ ਅਕਾਊਂਟ ਤਾਂ ਇੱਕ ਹੀ ਆ, ਪਰ ਤੁਹਾਡੇ ਦੋਨਾਂ ਦੇ ਕੋਲੇ ਵੱਖਰੇ ਵੱਖਰੇ ਕਾਰਡਸ ਨੇ। ਹਾਂਜੀ, ਠੀਕ ਹੈ ਨਾ। ਉਹ ਦੋਨਾਂ ਦੇ ਚਾਹੇ ਨੰਬਰ 1 ਹੋਣ ਜਾਂ ਵੱਖਰੇ ਹੋਣ, ਪਰ ਉਹ ਉਹਨਾਂ ਦੇ ਕੋਡ ਪਾਏ ਤੇ ਖੁੱਲੂਗਾ, ਤਾਂ ਤੁਹਾਡਾ ਕੋਡ ਪਾਏ ਤੇ ਖੁੱਲੇਗਾ ਜੀ। ਇਹ ਵੀ ਠੀਕ, ਬਿਲਕੁਲ ਆ। ਸੋ ਬਸ ਉਵੇਂ ਤੁਹਾਡਾ ਜਿਹੜਾ ਕਾਰਡ ਐਲੀਮੀਨੇਟ ਹੋ ਰਿਹਾ। ਸੋ we have to go with the technology। ਔਰ ਇਹ ਸਿੱਖਣਾ ਪੈਣਾ। ਉਦੋਂ ਬੈਟਰ ਹੈ ਕਿ ਜਿੰਨਾ ਛੇਤੀ ਸਿੱਖਿਆ ਜਾਵੇ ਓਨਾ ਹੀ ਚੰਗਾ, ਓਨਾ ਹੀ ਸੌਖਾ ਜੀ। ਉਹਨਾਂ ਹਾਂ, ਇਹ ਲੱਗਦਾ ਕੋਈ ਵੀ ਕੰਮ ਕਰਨਾ ਲਿਦਰ ਸਾਹਿਬ, ਪਹਿਲਾਂ ਹੋ ਸਕਦਾ ਤੁਹਾਨੂੰ ਅੱਧਾ ਘੰਟਾ 2 ਘੰਟੇ 3 ਘੰਟੇ ਟੱਕਰਾਂ ਮਾਰਨੀਆਂ ਪੈਣ। ਬਿਲਕੁਲ। ਫਿਰ ਉਹੀ ਕੰਮ 5 ਮਿੰਟਾਂ 'ਚ ਵੀ ਹੋਣ ਲੱਗ ਜਾਂਦਾ ਜੇ ਲਗਾਤਾਰ। ਫਿਰ ਉਹੀ ਚੰਗਾ ਲੱਗਦਾ। ਹਾਂ, ਤੁਸੀਂ ਕਹਿੰਦੇ ਕਿੰਨਾ ਸੌਖਾ ਕੰਮ ਸੀਗਾ। ਜਿੱਦਾਂ ਹੁਣ ਆਈਫੋਨ ਆ, ਪਹਿਲਾਂ ਔਖਾ ਜਿਹਾ ਲੱਗਦਾ ਸੀ, ਹੁਣ ਇਹ ਬੜਾ ਸੌਖਾ ਵੀ ਲੱਗਦਾ। ਕੋਈ ਇਨਫੋਰਮੇਸ਼ਨ ਲੈਣੀ ਉਹ ਬੜੀ ਸੌਖੀ ਹੈ। ਦੇਖੋ ਇੰਟਰਨੈਟ ਜੀ, ਹਾਂ, ਇੰਟਰਨੈਟ ਐਸੀ ਕਮਾਲ ਦੀ ਚੀਜ਼ ਹੈ। ਤੁਹਾਨੂੰ ਕੀ ਇਨਫੋਰਮੇਸ਼ਨ ਚਾਹੀਦੀ ਹੈ? ਤੁਹਾਨੂੰ ਯਾਦ ਆ ਕਿ ਮੈਂ ਉਹ ਅੱਲਾ ਯਾਰ ਖਾਂ ਦੀ ਕਵਿਤਾ ਬੋਲੀ? ਹਾਂਜੀ ਬਿਲਕੁਲ। ਹਾਂ, ਤੁਸੀਂ ਫਿਰ ਕਰੈਕਸ਼ਨ ਕੀਤੀ ਸੀ ਕਿ ਇਹ ਕਵਿਤਾ 1913 ਚ ਲਿਖੀ ਗਈ। ਹਾਂਜੀ ਹਾਂਜੀ। ਮੈਂ ਘਰ ਜਾ ਕੇ ਗੂਗਲ ਬਾਬੇ ਨੂੰ ਪੁੱਛਿਆ। ਹਾਂਜੀ। ਉਹਨੇ ਕਿਹਾ ਵੀ 1870 ਚ ਇਹਦਾ ਜਨਮ ਹੋਇਆ ਸੀਗਾ। ਹਾਂਜੀ। ਦੇਖੋ ਕਈ ਗੱਲਾਂ ਨਾ ਇਦਾਂ 30 ਸਾਲ ਉਹਨੂੰ ਜਾਣ ਨਹੀਂ ਦਿੱਤਾ ਮਸਜਿਦ ਦੇ ਵਿੱਚ। ਬਿਲਕੁਲ। ਹਾਂਜੀ। ਦੇਖੋ ਮੈਂ ਹੈਰਾਨ ਰਹਿ ਗਿਆ ਯਾਰ, ਬਈ ਕਮਾਲ ਆ। ਹੁਣ ਤਾਂ ਉਹ ਗੂਗਲ ਬਾਬੇ ਤੋਂ ਬੜਾ ਸਿੱਖਣ ਮਿਲ ਗਿਆ। ਹਾਂਜੀ ਸੋਲ ਸਾਹਿਬ, ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਲੀਡਰ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਵੀਰ ਜੀ। ਤੁਸੀਂ ਸਾਰੀਆਂ ਪੁੱਛੋ ਜੀ, ਇੱਕ ਨਾ ਪੁੱਛਿਆ। ਹੁਣ ਜਿਹੜੀ ਉਹਨਾਂ ਨੇ ਚਿਪ ਦੀ ਗੱਲ ਕੀਤੀ ਆ ਵੀ ਵਾਈਫ ਦੇ ਯਾਰ ਹਸਬੈਂਡ ਦੇ ਦੋਨਾਂ, ਇਹ ਹੁਣ ਵੀ ਮੈਨੂੰ ਲੱਗਦਾ ਉਂਗਲੀਆਂ ਤੇ ਨਚਾਉਣਾ ਚਾਹੁੰਦੇ ਆ ਜੀ ਵਾਈਫ ਨੂੰ। ਹਾਂਜੀ, ਇਹ ਆਪਣੀ ਇਹ ਦੇਖੋ ਜੀ, ਇਹ ਗੱਲ ਸੁਣੋ, ਲੱਗੇ ਹੋਏ ਉਂਗਲੀਆਂ ਤੇ ਮੈਂ ਹੀ ਨਚਾਵਾਂ ਉਹਨਾਂ ਨੂੰ। ਉਹ ਸਮੇਂ ਗਏ,
ਸੋਲ ਸਾਹਿਬ ਉਹ ਸਮਝ ਗਏ ਤੁਹਾਨੂੰ ਨੱਚਣਾ ਪਊਗਾ। ਇਹਨਾਂ ਨੇ ਕਿਹਾ ਕਿ ਦੋਨਾਂ ਲੱਗਣੀ ਚਾਹੀਦਾ ਕਿ ਇੱਕ ਦੇ ਲੱਗਣੀ ਚਾਹੀਦੀ ਆ। ਉਸੇ ਗੱਲ ਤੇ ਗੱਲ ਯਾਦ ਆ ਜਾਂਦੀ ਆ ਤਾਂ ਫੋਨ ਕੀਤਾ। ਤੇ ਇੱਕ ਤੁਸੀਂ ਵਾਈਪਰ ਦੀ ਗੱਲ ਕੀਤੀ ਸੀ ਹਾਂਜੀ ਹਾਂਜੀ ਹਾਂਜੀ, ਜਿਹੜਾ ਪੁਰਾਣੇ ਯਾਦ ਆ ਗਈ ਐਂਬੈਸਡਰ ਕਾਰ ਹੁੰਦੇ ਸੀ ਇੰਡੀਆ ਦੇ ਵਿੱਚ ਜੀ। ਹਾਂਜੀ, ਜੇ ਇੱਕ ਵਾਰ ਉਹਦਾ ਵਾਈਪਰ ਹਿੱਲ ਜਾਂਦਾ ਸੀ ਫਿਰ ਉਹ ਲੱਗਦਾ ਨਹੀਂ ਸੀ। ਕਦੇ ਉਹ ਚ ਪਲਾਸਟਿਕ ਲਾ ਕੇ ਠੋਕਦੇ ਸੀ, ਕਦੇ ਕੱਪੜਾ ਲਾ ਕੇ ਠੋਕਦੇ ਸੀ, ਕਿ ਉਹ ਬਾਰ-ਬਾਰ ਨਿਕਲ ਜਾਂਦਾ ਸੀ ਜੀ। ਅੱਛਾ, ਹਾਂਜੀ ਮੈਨੂੰ ਪਤਾ। ਇੱਕ ਵਾਰ ਮੈਂ ਲੁਧਿਆਣੇ ਤੋਂ ਦਿੱਲੀ ਤੱਕ ਐਵੇਂ ਆਇਆ ਜੀ, ਬਾਰ-ਬਾਰ ਉਹਨੂੰ ਠੋਕਦਾ, ਆਖਿਰ ਫਿਰ ਵਾਈਪਰ ਕੱਢ ਕੇ ਰੱਖਤਾ ਤੇ ਬਾਹਰ ਮੂੰਹ ਕੱਢ ਕੇ ਦੇਖਦਾ ਆਇਆ ਜੀ ਮੈਂ। ਦੇਖੋ ਜੀ, ਨਾਲੇ ਵਾਈਪਰ ਤੇ ਯਾਰ ਥੈਂਕ ਯੂ ਜੀ। ਵੈਸੇ ਨਿੱਦਰ ਸਾਹਿਬ ਸੋਲ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਇੰਟਰਸਟਿੰਗ। ਇਹ ਵਾਈਪਰਸ ਆ ਨਾ, ਜੇ ਤੁਸੀਂ ਆਪਣੇ ਵਾਈਪਰਸ ਦੀ ਉਮਰ ਵਧਾਉਣੀ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਵਾਈਪਰਸ ਛੇਤੀ ਖਰਾਬ ਨਾ ਹੋਣ, ਜਦੋਂ ਵੀ ਹੁਣ ਸਨੋ ਵਗੈਰਾ ਪੈਂਦੀ ਹੈ, ਆਈਸ ਪੈਂਦੀ ਹੈ, ਤੁਹਾਨੂੰ ਪਤਾ ਵੀ ਮੌਸਮ ਖਰਾਬ ਹੋਣਾ, ਵਾਈਪਰਸ ਉੱਪਰ ਨੂੰ ਖੜੇ ਕਰ ਦੇਣੇ ਚਾਹੀਦੇ ਆ। ਉਹ ਦਰਅਸਲ ਇਹ ਗੱਲ ਮੈਨੂੰ ਉਹਨਾਂ ਨੇ ਦੱਸੀ ਆ ਡੀਲਰ ਨੇ, ਕਿ ਇਹ ਵਾਈਪਰ ਦੀ ਜਿਹੜੀ ਰਬੜ ਹੁੰਦੀ ਨਾ ਥੱਲੇ ਵਾਲੀ, ਇੱਕ ਜਿਹੜਾ ਫਿਰ ਪਾਣੀ ਹੁੰਦਾ ਨਾ, ਹੌਲੀ ਹੌਲੀ ਉਹ ਵਾਈਪਰ ਦੇ ਨਾਲ ਹੀ ਲੱਗਾ ਰਹਿੰਦਾ, ਬਿਲਕੁਲ ਉਹ ਫਰੀਜ਼ ਹੋ ਜਾਂਦਾ। ਉਹ ਫਰੀਜ਼ ਹੁੰਦਾ, ਉਹ ਵਾਈਪਰ ਦੀ ਸ਼ੇਪ ਬਦਲ ਦਿੰਦਾ। ਨਾਲੇ ਉਦਾਂ ਵੀ ਜਦੋਂ ਤੁਸੀਂ ਫਿਰ ਫਰੀਜ਼ ਹੋਏ ਤੇ ਚਲਾ ਦਿੰਦੇ ਆ ਤੇ ਉਹਦੀ ਰਬੜ ਜਿਹੜੀ ਆ ਚੜ ਜਾਂਦੀ। ਬਿਲਕੁਲ ਹਾਂ। ਸੋ ਜੇ ਤੁਸੀਂ ਉਹਨੂੰ ਉੱਪਰ ਨੂੰ ਰੱਖੋਗੇ, ਜ਼ਮੀਨ ਉਹ ਵਿੰਡਸ਼ੀਲਡ ਨਾਲ ਲੱਗਣੇ ਨਹੀਂ ਚਾਹੀਦੇ। ਬਿਲਕੁਲ, ਉਹ ਇਹ ਪ੍ਰੋਵੀਜ਼ਨ ਹੈ, ਇਸੇ ਕਰਕੇ ਉਹ ਬਣਾਏ ਇਸ ਹਿਸਾਬ ਦੇ ਵਿੱਚ ਹੁੰਦੇ ਆ ਵੀ ਤੁਸੀਂ ਉਹਨਾਂ ਨੂੰ ਉੱਪਰ ਨੂੰ ਖੜੇ ਕਰ ਦਿਓ ਤਾਂ ਫਿਰ ਤੁਹਾਡਾ ਵਾਈਪਰ ਖਰਾਬ ਨਹੀਂ ਹੁੰਦਾ। ਹਾਂ, ਦੇਖੋ ਕਈ ਵਾਰੀ ਇਦਾਂ ਹੁੰਦੀ ਆ ਬਈ ਆਹ ਜਿਹੜੇ ਹੁਣ ਫੋਨ ਆ, ਹੁਣ ਇਹਨਾਂ ਨੇ ਗੱਲ ਕੀਤੀ ਆ ਵਾਈਫ ਦੀ, ਤਾਂ ਮੈਨੂੰ ਵੀ ਗੱਲ ਚੇਤੇ ਆ ਗਈ। ਇਹ ਤੁਹਾਡੇ ਕੋਲ ਹੁੰਦਾ, ਜਦੋਂ ਤੁਸੀਂ ਲੇਟ ਹੋ ਜਾਂਦੇ ਆ ਜਾਂ ਕਿਤੇ ਦੋਸਤਾਂ ਮਿੱਤਰਾਂ ਕੋਲ ਬਹਿ ਜਾਂਦੇ ਆ ਤਾਂ ਫਿਰ ਘਰੋਂ ਫੋਨ ਆਉਂਦਾ। ਬਿਲਕੁਲ। ਤੇ ਇੱਕ ਵਾਰੀ ਮੈਂ ਇੱਦਾਂ ਮੇਰੀ ਵਾਈਫ ਦਾ ਫੋਨ ਆ ਗਿਆ, ਕਹਿੰਦੀ ਕਿੱਥੋਂ ਬੋਲਦੇ? ਮੈਂ ਕਿਹਾ ਮੂੰਹ ਤੋਂ ਬੋਲਦਾ। ਉਹਦਾ ਮਤਲਬ ਸੀ ਵੀ ਕਿਹੜੀ ਜਗ੍ਹਾ ਤੋਂ। ਹਾਂਜੀ। ਤਾਂ ਫਿਰ ਏਦਾਂ ਹੀ ਘਰ ਦੇ ਵਿੱਚ 2-4 ਦਿਨ ਲੰਘ ਗਏ, ਚਲੋ ਸ਼ੁਗਰ ਹੋ ਗਿਆ। ਤੇ ਮੈਂ ਕਿਹਾ ਵੀ ਰੋਟੀ ਅੱਜ ਕਾਹਦੇ ਨਾਲ ਖਾਣੀ? ਕਹਿੰਦੀ ਮੂੰਹ ਨਾਲ ਖਾਣੀ ਆ। ਦੇਖੋ ਇਹ ਉਹ ਸਮੇਂ ਲੱਦ ਗਏ ਜਦੋਂ ਕਿ ਲੇਡੀਜ਼ ਦਾ ਸਿਲਸਿਲਾ ਡਿਫਰੈਂਟ ਹੁੰਦਾ ਸੀ। ਹੁਣ ਤਾਂ ਲੇਡੀਜ਼ ਤੁਹਾਡੇ ਬਰਾਬਰ ਨੇ, ਹਰ ਇੱਕ ਚੀਜ਼ ਦੇ ਵਿੱਚ ਮੋਹਰੀ ਨੇ, ਔਰ ਕਈ ਤਾਂ ਲੇਡੀਜ਼ ਹੀ ਸਾਰਾ ਸ਼ਾਪਿੰਗ ਵਗੈਰਾ ਵੀ ਕਰਦੀਆਂ ਆ। ਦੇਖੋ ਸ਼ਾਪਿੰਗ ਤਾਂ ਸਾਰੀ ਲੇਡੀਜ਼ ਹੀ ਕਰਦੀਆਂ ਨੇ, ਪਰ ਮੈਂ ਥੋੜੀ ਜਿਹੀ ਗੱਲ ਦਿੱਲੀ ਵੱਲ ਲੈ ਕੇ ਚੱਲਿਆ, ਪੰਜਾਬ 'ਚ ਲੈ ਕੇ ਚੱਲਿਆ ਜੀ। ਹਾਂਜੀ, ਬਹੁਤੇ ਮਰਦ ਇਸ ਵੇਲੇ ਬਾਰਡਰ ਤੇ ਬੈਠੇ ਨੇ ਜੀ, ਤੇ ਪਿੱਛੇ ਲੇਡੀਜ਼ ਹੋਈ ਘਰਾਂ ਨੂੰ ਸਾਂਭ ਰਹੀਆਂ ਨੇ। ਮੈਨੂੰ ਵੀ ਇਹ ਪਤਾ ਲੱਗਾ ਕਿ ਲੇਡੀਜ਼ ਕਈ ਟਰੈਕਟਰ ਵੀ ਸਿੱਖ ਰਹੀਆਂ। ਬਿਲਕੁਲ ਜੀ, ਬਹੁਤ ਚੰਗੀ ਗੱਲ। ਜਿਹੜੀਆਂ ਉਹ ਸਿੱਖ ਰਹੀਆਂ ਨੇ ਹਜੇ ਤਾਂ, ਜਿਹੜੀ ਤੁਸੀਂ ਖਬਰ ਸੁਣੀ ਆ ਉਹ ਤਾਂ ਇਸ ਵਾਸਤੇ ਵੀ ਜਿਹੜਾ ਅੰਦੋਲਨ ਦਾ ਮਾਰਚ ਕਰਨਾ ਦਿੱਲੀ ਵਾਲੇ ਪਾਸੇ ਨੂੰ, ਉਹ ਲੇਡੀਜ਼ ਮੂਹਰੇ ਲੱਗਣਗੀਆਂ। ਹਾਂਜੀ, ਵੈਸੇ ਲੇਡੀਜ਼ ਬਹੁਤ ਘੱਟ ਪਰਸੈਂਟੇਜ ਹੈ ਜੀ ਜਿਹੜੀਆਂ ਚਲਾਉਂਦੀਆਂ ਨੇ ਟਰੈਕਟਰ, ਪ੍ਰੋਪਰ ਖੇਤੀ ਕਰਦੀਆਂ ਨੇ, ਟਰੈਕਟਰ ਚਲਾਉਂਦੀਆਂ ਨੇ, ਵਾਹੁੰਦੀਆਂ ਨੇ, ਟਰਾਲੀਆਂ ਚਲਾਉਂਦੀਆਂ ਨੇ, ਲੈ ਕੇ ਜਾਂਦੀਆਂ ਨੇ ਮੰਡੀ ਦੇ ਵਿੱਚ। ਮੈਂ ਆਪਣੇ ਵੇਲੇ ਦੀ ਗੱਲ ਕਰਦਾ ਜੀ, ਮੈਂ 1980 ਦੇ ਨੇੜੇ ਤੇੜੇ ਦੀ ਗੱਲ ਕਰਦਾ ਜੀ। ਸਾਡੇ ਪਿੰਡਾਂ ਦੇ ਵਿੱਚ ਲੜਕੀ ਸੀ, ਬਹੁਤ ਅਗਾਂਹ ਵਧੂ ਪਰਿਵਾਰ ਸੀਗਾ ਜੀ। ਠੀਕ ਆ। ਔਰ ਇਉਂ ਨਹੀਂ ਆ ਵੀ ਉਹ ਇਕੱਲੀ ਲੜਕੀ ਸੀ ਉਸ ਪਰਿਵਾਰ 'ਚ, ਉਹਦੇ ਭਰਾ ਵੀ ਸੀਗੇ। ਅੱਛਾ ਜੀ। ਪਰ ਉਹ ਬਰਾਬਰ ਖੇਤੀ ਕਰਦੀ ਸੀ। ਟਰਾਲੀ ਨੂੰ ਜਗਰਾਓਂ ਮੰਡੀ ਦੇ ਵਿੱਚ ਉਹ ਫਸਲ ਲੈ ਕੇ ਆਉਂਦੀ ਹੁੰਦੀ ਸੀ ਆਪ ਚਲਾ ਕੇ। ਐਂਡ ਇਹ ਉਸ ਵੇਲੇ ਦੀ ਗੱਲ ਹੈ ਜੀ। ਜਾਣੀ ਦੀ ਲੇਡੀਜ਼, ਤੁਸੀਂ ਦੇਖੋ, ਮੈਂ ਪਹਿਲਾਂ ਕਾਲ ਲੈ ਲਾਂ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਸ਼ੁਭ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਹੈਲੋ ਸਾਹਿਬ ਤੇ ਨਿੱਦਰ ਸਾਹਿਬ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮਨਮੋਹਨ ਵਾਲੀਆ ਕਰ ਰਿਹਾ ਬ੍ਰੈਂਪਟਨ ਤੋਂ। ਵਾਲੀਆ ਸਾਹਿਬ ਸਵਾਗਤ ਹੈ ਜੀ, ਕੀ ਹਾਲ ਹੈ ਜੀ? ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਜੀ। ਕੀ ਕਹਿਣਾ ਚਾਹੁੰਦੇ ਹੋ? ਮੈਂ ਜਨਾਬ ਨੂੰ ਵਧਾਈਆਂ ਦੇਣ ਵਾਸਤੇ ਹੀ ਫੋਨ ਕੀਤਾ ਜੀ। ਬਹੁਤ ਬਹੁਤ ਪਰਮਾਤਮਾ ਚੜ੍ਹਦੀ ਕਲਾ ਦੇ ਰੱਖਿਆ ਜੀ। ਦੇਖੋ ਵਾਲੀਆ ਸਾਹਿਬ, ਤੁਹਾਡੇ ਵਰਗੇ ਜਿਹੜੇ ਸੁਹਿਰਦ ਦਰਸ਼ਕ ਨੇ ਜੀ, ਤੁਸੀਂ ਸਾਨੂੰ ਬਹੁਤ ਹੌਸਲਾ ਦਿੰਦੇ ਹੋ। ਤੁਹਾਡੀ ਜਿਹੜੀ ਇਨਪੁਟ ਹੈ ਔਨ ਦੀ ਏਅਰ ਤੇ ਆਫ ਦੀ ਏਅਰ ਦੀ, ਤੁਸੀਂ ਬਾਕੀ ਜਿਹੜੀਆਂ ਤੁਸੀਂ ਸਾਨੂੰ ਗਾਈਡੈਂਸ ਭੇਜਦੇ ਹੋ ਜੀ, ਸਲਾਹ ਦਿੰਦੇ ਹੋ ਜੀ ਸਾਨੂੰ, ਅਸੀਂ ਰੀਅਲੀ ਐਪਰੀਸ਼ੀਏਟ ਦੈਟ ਜੀ। ਸਾਨੂੰ ਉਹਦੇ ਨਾਲ ਬੜਾ ਹੌਸਲਾ ਮਿਲਦਾ ਹੈ, ਸਾਨੂੰ ਸੇਧ ਮਿਲਦੀ ਹੈ। ਥੈਂਕ ਯੂ ਸੋ ਨਾਈਸ ਆਫ ਯੂ। ਹੋਰ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਬਸ ਇਹੀ ਕਹਿਣਾ ਚਾਹੁੰਦਾ ਜੀ ਵੀ ਹੁਣ ਇਹ ਨਾ ਇੱਕ ਲਾਈਫ ਦਾ ਇੱਕ ਪਾਰਟ ਬਣ ਗਿਆ। ਸ਼ਾਮ ਨੂੰ 4 ਵਜੇ ਸਾਰੇ ਕੰਮ ਛੱਡ ਕੇ ਫਟਾਫਟ ਆਇਆ ਹੁੰਦਾ ਵੀ ਇਹ ਨਹੀਂ ਕੋਈ ਪ੍ਰੋਗਰਾਮ ਨਹੀਂ ਦੇਖੀਦਾ, ਫੋਨ ਘੱਟ ਕਰਦਾ ਮੈਂ, ਪਰ
ਪਰ ਕੰਟੀਨਿਊਸਲੀ ਵਾਚ ਕਰਦਾ। ਬੜੀਆਂ ਵਧੀਆ ਤੁਸੀਂ ਮੈਂ ਤੁਹਾਨੂੰ ਜਿਹੜਾ ਸੁਝਾਅ ਦਿੱਤਾ ਸੀ, ਤੁਸੀਂ ਆ ਵੀ ਵਧੀਆ ਜਿਹੜੀ ਸੀਨੀਅਰ ਵਾਸਤੇ ਕੋਈ ਇਨਫੋਰਮੇਸ਼ਨ ਦੇ ਰਹੇ ਹੋ ਨਾ, ਕੋਈ ਸਿੱਖਣ ਦੀ, ਇਹ ਬਹੁਤ ਲੋੜ ਹੈ। ਇਹਨੂੰ ਥੋੜਾ ਜਿਹਾ ਹੋਰ ਡਿਟੇਲ 'ਚ ਜ਼ਰੂਰ ਲੈ ਜਾਓ ਜੀ। ਥੈਂਕ ਯੂ ਜੀ, ਇਟ ਵਿਲ ਬੀ ਨਾਈਸ ਆਫ ਯੂ। ਬਿਲਕੁਲ ਜੀ, ਥੈਂਕ ਯੂ ਵਾਲੇ ਸਭ ਸੋ ਨਾਈਸ। ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ, ਤੁਹਾਡੇ ਸੁਣਨ ਵਾਲੇ ਬਾਕੀਆਂ ਨੂੰ, ਸਾਰਿਆਂ ਨੂੰ ਬਹੁਤ ਬਹੁਤ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ ਜੀ, ਸੋ ਨਾਈਸ। ਔਰ ਉਹਨਾਂ ਕਿਸਾਨਾਂ ਨੂੰ, ਫਾਰਮਰਸ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਹੜੇ ਆਪਣੇ ਇੰਡੀਆ 'ਚ ਲੱਗੇ ਹੋਏ ਨੇ ਜੀ। ਬਿਲਕੁਲ ਜੀ, ਥੈਂਕ ਯੂ। ਉਹ ਵੀ ਚੜ੍ਹਦੀ ਕਲਾ 'ਚ ਰਹਿਣ। ਥੈਂਕ ਯੂ ਵਾਲੇ ਸਭ ਸੋ ਨਾਈਸ। ਆਪਾਂ ਗੱਲ ਕਰ ਰਹੇ ਲੇਡੀਜ਼ ਦੀ ਡਰਾਈਵ ਕਰਨ ਦੀ ਟਰੈਕਟਰ। ਬਿਲਕੁਲ ਜੀ। ਟਰੈਕਟਰ ਦਾ ਉਦੋਂ ਮੈਂ ਸੁਣਿਆ, ਮੈਂ ਆਪ ਨਹੀਂ ਡਰਾਈਵ ਕੀਤਾ ਟਰੈਕਟਰ, ਕਹਿੰਦੇ ਵੀ ਟਰਾਲੀ ਨੂੰ ਬੈਕ ਲਾਉਣਾ ਕਈ ਵਾਰੀ ਥੋੜਾ ਜਿਹਾ ਟੈਕਨੀਕਲ ਕੰਮ ਹੈ। ਹਾਂਜੀ, ਉਹਦਾ ਰੀਜ਼ਨ ਹੈ ਜੀ, ਕਿਉਂਕਿ ਜਿਹੜੀ ਟਰਾਲੀ ਹੈ ਉਹਦੇ 2 ਪੀ ਹੈ ਤੇ ਉਹ 6 ਬਣ ਜਾਂਦੇ ਆਲ ਟੁਗੇਦਰ। ਉਹ ਕਿਵੇਂ? ਟਰੈਕਟਰ ਦੇ 2 ਮੂਹਰਲੇ 2 ਪਿਛਲੇ ਤੇ 6 ਵੀਜ਼ ਬਣੇ, ਜਿਹੜੇ ਮੋਸਟਲੀ ਜਿਹਨੇ ਟਰਾਲੀ ਬੈਕ ਕਰਨੀ ਹੈ ਉਹ ਟੂ ਬਿਗਿਨ ਵਿਦ ਜਿੱਧਰ ਨੂੰ ਟਰਨ ਕਰਨੀ ਹੁੰਦੀ ਹੈ, ਜਿਹੜੇ ਮੂਹਰਲੇ ਵੀਲਸ ਆ ਉਦੋਂ ਉਲਟ ਪਾਸੇ ਨੂੰ ਟਰਨ ਕਰੀਦੇ, ਬਾਅਦ ਚ ਨੂੰ ਸਿੱਧੇ ਕਰੀਦੇ ਆ। ਇਟਸ ਅ ਮੈਨੂਵਰਿੰਗ। ਪਰ ਜਦੋਂ ਹਿਸਾਬ ਆ ਗਿਆ ਕੋਈ ਏਡੀ ਗੱਲ ਹੈ ਨਹੀਂ ਕਿ ਜਿਹੜੇ ਇਦਾਂ ਤਾਂ ਫਿਰ ਆ ਜਿਹੜੇ ਲੌਂਗ ਜਿਹੜੇ, ਹਾਂਜੀ ਬਿਲਕੁਲ, ਉਹਨਾਂ ਦੀ ਵੀ ਇਹੀ ਗੱਲ ਹੈ ਜੀ। ਉਹ ਵੀ ਉਹੀ ਐਗਜ਼ੈਕਟਲੀ ਉਹ ਚੀਜ਼ ਹੈ ਜਿਹੜੀ ਰਿਵਰਸ ਕਰਨੀ ਪੈਂਦੀ ਜੀ। ਇਟਸ ਨਾਟ ਈਜ਼ੀ। ਪਰ ਹੁਣ ਮੈਨੂੰ ਪਤਾ ਲੱਗਾ ਵੀ ਜਿਹੜੇ ਟਰੱਕ ਨੇ, ਜਿਹੜਾ AZ ਲਾਇਸੈਂਸ ਆ, ਉਹਦੀ ਕਾਫੀ ਉਹਨੇ ਸਖਤੀ ਕਰ ਦਿੱਤੀ ਆ, ਤੁਹਾਨੂੰ ਕਾਲਜ ਦੇ ਥਰੂ ਜਾਣਾ ਪਊ। ਇਹ ਨਹੀਂ ਜੀ ਮੈਨੂੰ ਪਤਾ, ਬਟ ਸਖਤੀ ਕਿਉਂਕਿ ਪਿੱਛੇ ਜੇ ਐਕਸੀਡੈਂਟਸ ਇੰਨੇ ਹੋ ਗਏ ਨੇ ਤੇ ਮੇਰਾ ਖਿਆਲ ਹੈ ਜੀ ਸਖਤੀ, ਜਿਹੜੀ ਸਖਤੀ ਆ ਆਪਾਂ ਉਹਨੂੰ ਸਖਤੀ ਕਹਿ ਲੈਂਦੇ ਹਾਂ, ਪਰ ਪ੍ਰੋਪਰ ਚੈਨਲ, ਹਾਂ ਥਰੂ ਪ੍ਰੋਪਰ ਰਾਈਟ। ਉਹ ਇਉਂ ਹੈ। ਮੈਂ ਇਹ ਇੱਕ ਹੋਰ ਗੱਲ ਵੀ ਕਰਦਾ ਲਿਦਰ ਸਾਹਿਬ, ਜੇ ਤੁਸੀਂ ਕੋਈ ਪ੍ਰੋਫੈਸ਼ਨ ਅਡਾਪਟ ਕੀਤਾ ਜੀ ਤਾਂ ਉਹਦਾ ਚੱਲਮਾ ਜਿਹਾ ਕੰਮ ਕਰਕੇ ਅਡਾਪਟ ਕਰ ਲੈਂਦੇ ਹੋ ਤਾਂ ਖਤਰਾ ਤੁਹਾਨੂੰ ਹੀ ਹੈ। ਬਿਲਕੁਲ ਸਹੀ ਗੱਲ ਤੁਹਾਡੀ, ਬਿਲਕੁਲ ਬਿਲਕੁਲ। ਤੁਹਾਨੂੰ ਆ, ਕਿਸੇ ਹੋਰ ਨੂੰ ਵੀ ਹੈ, ਕਿਤੇ ਵੀ ਨੁਕਸਾਨ ਹੋ ਸਕਦਾ ਹੈ। ਤੁਹਾਨੂੰ ਪ੍ਰੋਪਰਲੀ ਡਰਾਈਵਿੰਗ ਆਉਣੀ ਚਾਹੀਦੀ ਹੈ ਜੀ, ਤੇ ਉਹਨਾਂ ਤਜਰਬਾ ਵੀ ਹੋਣਾ ਚਾਹੀਦਾ ਕਿਸੇ ਦੇ ਨਾਲ ਰਲ ਕੇ ਚਲਾਉਣ ਦਾ, ਕਿ ਤੁਸੀਂ ਕਿਸੇ ਪੁਆਇੰਟ ਤੇ ਆ ਕੇ ਇਕੱਲੇ ਚਲਾ ਸਕੋ। ਇਹ ਨਹੀਂ ਕਿ ਲਾਇਸੈਂਸ ਲੈ ਲਿਆ ਤੇ ਇਕੱਲੇ ਚਲਾਉਣ ਲੱਗ। ਹਾਂਜੀ ਹਾਂਜੀ ਹਾਂਜੀ, ਪਹਿਲਾਂ ਤਾਂ ਚਲੋ ਟੀਮ ਵਰਕ ਹੋਵੇ, ਉਹਦੇ ਨਾਲ ਫਿਰ ਥੋੜਾ ਤੁਹਾਨੂੰ ਆਈਡੀਆ ਵੀ ਹੋ ਜਾਂਦਾ ਨਾ, ਬੰਦਾ ਹੋਵੇ ਫਿਰ ਬੰਦੇ ਦੀ ਜੱਗ ਖੁੱਲ ਜਾਂਦੀ ਹੈ, ਕੌਨਫੀਡੈਂਸ ਵੱਧਦਾ। ਯਾਰ ਟਰੈਕਟਰ ਹੈ, ਕਾਰ, ਪਹਿਲੀ ਗੱਲ ਤਾਂ ਕਾਰ ਹੈ, ਜਿਹਨੂੰ ਕਾਰ ਨਹੀਂ, ਜਿਹਨੇ ਕਾਰ ਸੀਗੀ, ਕਾਰ ਬਹੁਤ ਪਾਵਰਫੁਲ ਜਾਨਵਰ ਹੈ ਜੀ। ਇਹ ਕੰਟਰੋਲ ਕਰਨਾ ਬਹੁਤ ਔਖਾ। ਟਰੱਕ ਦੀ ਇਮੇਜਿਨ ਕਰੋ ਕਿੰਨਾ ਵੱਡਾ ਹੈਗਾ। ਇਟਸ ਅ ਮੌਨਸਟਰ ਔਨ ਦਾ ਵੀਲਸ। ਕਿਉਂਕਿ ਉਹਦੇ 'ਚ ਵੇਟ ਹੁੰਦਾ ਨਾ, ਤਾਂ ਫਿਰ ਉਹ ਰੁਕਦਾ ਨਹੀਂ ਹੈ ਜੀ। ਤੁਸੀਂ ਕਾਰ ਦੇ ਵਿੱਚ ਇਕੱਲੇ ਬਹਿ ਜਾਓ, ਤੁਸੀਂ ਕਾਰ 'ਚ ਨਾਲ 4 ਜਣੇ ਹੋਰ ਬਿਠਾ ਲਿਓ, ਤੁਹਾਡੀ ਕਾਰ ਦੀ ਹੈਂਡਲਿੰਗ ਫਰਕ ਹੋ ਜਾਏਗੀ, ਵੱਖਰੀ ਹੋ ਜਾਏਗੀ। ਉਹ ਜਿੰਨੇ ਡਿਸਟੈਂਸ 'ਚ ਪਹਿਲਾਂ ਖੜਦੀ ਸੀ ਉਹਨੇ ਡਿਸਟੈਂਸ 'ਚ ਨਹੀਂ ਖੜੇਗੀ, ਉਦੋਂ ਬਾਅਦ ਡਿਸਟੈਂਸ। ਬਿਲਕੁਲ, ਇਹ ਗੱਲ ਤੁਹਾਡੀ ਸਹੀ ਆ। ਵੇਟ ਦੇ ਅਸੀਂ ਕਈ ਵਾਰੀ ਸੋਚਦੇ ਨਹੀਂ ਵੀ ਜੇ 4 ਬੰਦੇ ਬੈਠੇ ਆ ਤਾਂ ਅਸੀਂ ਉਸੇ ਹਿਸਾਬ ਨਾਲ ਚਲਾਉਂਦੇ ਹਾਂ ਵੀ ਘੱਟ ਹੋਟਾ ਲਓ ਜੀ। ਆਪਾਂ ਕਾਲ ਲੈ ਲਈਏ ਪਹਿਲਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੋਲ ਸਾਹਿਬ। ਨੱਥ ਸਾਹਿਬ, ਮੈਨੂੰ ਵੀ ਨਾਲੇ ਬਿਠਾ ਲਿਆ ਕਰੋ ਤੁਸੀਂ ਆਪਣੇ। ਆ ਜਾਓ ਇੱਥੇ, ਏਡੀ ਕਿਹੜੀ ਗੱਲ ਆ ਜਾਓ। ਠੀਕ ਹੈ। ਹਾਂਜੀ, ਆ ਤੁਸੀਂ ਲਾਇਸੈਂਸ ਦੀ ਗੱਲ ਕੀਤੀ ਆ। ਮੈਂ 2017 ਚ ਕੈਨੇਡਾ ਆਇਆ ਸੀ ਜੀ, ਵਿਨੀਪੈਗ। ਹਾਂਜੀ। ਮੈਂ ਜੂਨ ਚ ਆਇਆ ਸੀ, ਮੈਂ ਜੁਲਾਈ ਚ ਲਾਇਸੈਂਸ ਲੈ ਲਿਆ ਜੀ ਕਲਾਸ 5 ਦਾ ਇੱਥੇ। ਹਾਂਜੀ। ਤੇ ਉਹ ਜਿਹੜਾ ਮੇਰਾ ਇੰਸਟ੍ਰਕਟਰ ਸੀ ਨਾ, ਜਿਹੜਾ ਮੈਨੂੰ ਜਿਹਨੇ ਕਾਰ ਦੀ ਲੈਸਨ ਦਿੱਤੇ ਸੀਗੇ, ਉਹ ਕਹਿੰਦਾ ਜੀ ਨਾਲ ਵਾਲੇ ਟਾਊਨ ਚ ਚੱਲ ਕੇ ਤੁਹਾਨੂੰ ਲਾਇਸੈਂਸ ਦਵਾ ਦਿੰਦਾ ਜੀ, ਮੈਂ ਟੈਸਟ ਡਰਾਈਵ ਕਰਾ ਦਿੰਦਾ, ਵੀ ਉੱਥੇ ਸੌਖਾ ਹੋ ਜਾਊਗਾ। ਅੱਛਾ। ਤੇ ਫਿਰ ਮੈਂ ਕਿਹਾ ਜੀ ਜਿੱਥੇ ਮੈਂ ਗੱਡੀ ਚਲਾਉਣੀ ਆ ਮੈਂ ਤਾਂ ਉੱਥੇ ਹੀ ਟੈਸਟ ਡਰਾਈਵ ਦਊਂਗਾ ਜੀ, ਛਾਣ ਕੇ ਪਾਣੀ ਪੀਣਾ ਪੂਰਾ। ਠੀਕ ਹੈ। ਹਾਂ ਬਈ, ਐ ਨਹੀਂ ਆ ਵੀ ਉੱਥੇ ਜਾ ਕੇ ਲਾਇਸੈਂਸ ਲੈ ਲਿਆ ਤੇ ਇੱਥੇ ਮੈਂ ਗੱਡੀ ਚਲਾਉਣੀ, ਬਈ ਇੱਥੇ ਵਿਨੀਪੈਗ 'ਚ ਬਈ ਗੱਡੀ ਉੱਥੇ ਮੈਂ ਬਈ ਲਾਇਸੈਂਸ ਲੈ ਲਵਾਂ, ਸੌਖਾ ਮਿਲ ਜਾਊਗਾ। ਮੈਂ ਉਹਦੀ ਗੱਲ ਮੰਨੀ ਨਹੀਂ, ਮੈਂ ਫਿਰ ਉੱਥੇ ਵਿਨੀਪੈਗ ਹੀ ਲਿਆ ਜੀ ਲਾਇਸੈਂਸ। ਚੰਗੇ ਰਹੇ ਜੀ। ਮਤਲਬ ਇਹਦਾ ਕਹਿਣ ਦਾ ਜੀ ਆਪਣਾ ਬਈ ਛਾਣ ਕੇ ਪਾਣੀ ਪੀਣਾ ਚਾਹੀਦਾ। ਇਸ ਮਾਮਲੇ 'ਚ ਬਹੁਤ ਹੀ ਰਿਸਕ ਵਾਲਾ ਕੰਮ ਆ ਜੀ ਇਹ ਡਰਾਈਵਿੰਗ ਲਾਇਸੈਂਸ। ਡਰਾਈਵਿੰਗ ਇਜ਼ ਅ ਵੈਰੀ ਸੀਰੀਅਸ ਮੈਟਰ। ਹਾਂਜੀ ਬਿਲਕੁਲ। ਤਾਂ ਮੈਨੂੰ ਕਾਲ ਕਰਨੀ ਪੈਂਦੀ, ਮੈਨੂੰ ਨਾਲ ਹੀ ਬਿਠਾ ਲਿਆ ਕਰੋ ਤੁਸੀਂ। ਆ ਜਾਓ ਇੱਥੇ। ਜੀ ਆਇਆਂ ਨੂੰ, ਜੀ ਆਇਆਂ ਨੂੰ। ਸੋ ਨਾਈਸ ਆਫ ਯੂ। ਦੇਖੋ ਲਿਦਰ ਸਾਹਿਬ, ਜਿਹੜੀ ਡਰਾਈਵਿੰਗ ਹੈ ਨਾ, ਇਟਸ ਅ ਵੈਰੀ ਸੀਰੀਅਸ ਮੈਟਰ। ਅਸੀਂ ਡਰਾਈਵਿੰਗ ਨੂੰ ਬਹੁਤ ਲਾਈਟਲੀ ਲੈਂਦੇ ਹਾਂ। ਜਿਹੜੇ ਪ੍ਰੋਫੈਸ਼ਨਲ ਡਰਾਈਵਰਸ ਨੇ, ਜੇ ਉਹਨਾਂ ਨੂੰ ਪੁੱਛਿਆ ਜਾਵੇ, ਉਹ ਤੁਹਾਨੂੰ 1000 ਟਿਪ ਦੇਣਗੇ ਜੀ ਵੀ ਕਿਹੜੇ ਵੇਲੇ ਕਿਵੇਂ ਚਲਾਉਣੀ ਹੈ ਗੱਡੀ, ਹਨੇਰੇ ਸਵੇਰੇ 'ਚ ਕਿਵੇਂ ਚਲਾਉਣੀ ਹੈ, ਫੌਗ 'ਚ ਕਿਵੇਂ ਚਲਾਉਣੀ ਹੈ,
ਮੀਂਹ ਪੈਂਦੇ 'ਚ ਕਿਵੇਂ ਚਲਾਉਣੀ ਆ, ਉਤਰਾਈ ਹੋਵੇ ਫੇਰ ਕਿੱਦਾਂ। ਬਿਲਕੁਲ, ਖਾਸ ਕਰਕੇ ਇੰਡੀਆ ਦੇ ਵਿੱਚ ਕਿਉਂਕਿ ਮੋਸਟਲੀ ਆਪਣੀਆਂ ਉਹ ਹੁਣ ਤਾਂ ਆਟੋ ਆ ਗਈਆਂ ਨੇ ਜਿਹੜੀਆਂ ਮੈਨੂਅਲ, ਉਹਦਾ ਇੱਕ ਸਿੰਪਲ ਅਸੂਲ ਆ ਉੱਥੇ ਦਾ ਜੀ, ਜਿੱਥੇ ਵੀ ਚਲਾਉਣੀ ਹੈ ਜੇ ਮੈਨੂਅਲ ਚਲਾਉਣੀ ਆ, ਜਿਹੜੇ ਗੇਅਰ 'ਚ ਚੜਾਈ ਚੜ੍ਹਦੀ ਆ ਉਸੇ ਗੇਅਰ 'ਚ ਹੀ ਗੱਡੀ ਲਾਉਣੀ ਆ। ਉਹ ਫਿਰ ਲੋ ਗੇਅਰ ਹੁੰਦਾ ਹਨਾ ਚੜਾਈ। ਹਾਂਜੀ, ਜੇ ਤੁਸੀਂ ਮੰਨ ਲਓ ਸੈਕੰਡ ਗੇਅਰ 'ਚ ਉੱਪਰ ਗਏ ਹੋ, ਹਾਂਜੀ, ਉਹ ਚੜਾਈ ਉਸੇ ਉਹਨੂੰ ਸੈਕੰਡ ਗੇਅਰ 'ਚ ਲਾਉਣਾ। ਰੀਜ਼ਨ, ਜੇ ਤੁਸੀਂ ਉਹਨੂੰ ਟਾਪ ਗੇਅਰ ਚਲਾਉਂਦੇ ਹੋ ਤੁਹਾਡੇ RPM ਵੱਧ ਜਾਂਦੇ ਆ। ਹਾਂਜੀ, ਗੱਡੀ ਕੰਟਰੋਲ 'ਚ ਨਹੀਂ ਹੁੰਦੀ। ਜੇ ਛੋਟੇ ਗੇਅਰ 'ਚ ਹੈਗੀ ਤਾਂ ਉਹਦੇ RPM, ਉਹਦੀ ਸਪੀਡ ਉਦੋਂ ਵਧਣੀ ਨਹੀਂ ਹੈ, ਉਹ ਕੰਟਰੋਲ 'ਚ ਕਰਨੀ ਸੌਖੀ ਹੈਗੀ। ਐਨੀਹਾਓ ਆਪਾਂ ਦੂਜੇ ਪਾਸੇ ਆਈਏ, ਨਵੇਂ ਸਾਲ ਦਾ ਫਿਰ ਤੁਸੀਂ, ਮੈਂ ਨਾ ਰੈਜ਼ੋਲੂਸ਼ਨ ਦੀ ਗੱਲ ਕਰਨ ਲੱਗੇ। ਹਾਂਜੀ, ਦੇਖੋ ਹਰ ਇੱਕ ਬੰਦਾ ਨਾ ਕੋਈ ਤਾਂ ਤਹਈਆ ਕਰਦਾ ਵੀ ਮੈਂ ਆਹ ਨਵੇਂ ਸਾਲ ਦੇ ਵਿੱਚ ਆਹ ਚੀਜ਼ ਨੂੰ, ਕਈ ਵਾਰੀ ਤਾਂ ਹੁੰਦਾ ਮੈਂ ਛੱਡੂੰਗਾ, ਕਈ ਵਾਰੀ ਹੁੰਦਾ ਵੀ ਮੈਂ ਆਪਣੇ ਆਪ ਨੂੰ ਇੰਪਰੂਵ ਕਰੂੰਗਾ, ਮੈਂ ਹੁਣ ਆਹ ਕਰੂੰਗਾ, ਸਾਰੇ ਸੋਚਦੇ ਆ ਕੁਛ ਨਾ ਕੁਛ ਤਾਂ। ਹਾਂਜੀ, ਪਰ ਮੈਂ ਹੁਣ 1 ਤਰੀਕ ਤੋਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਸਧਾਰਨ ਪਾਠ ਸ਼ੁਰੂ ਕੀਤਾ, ਤੇ ਐਵਰੀਡੇ ਕੁਛ ਪੰਨੇ ਕਰ ਲਿਆ ਕਰੂੰਗਾ, ਤੇ ਜਦੋਂ ਫਿਰ ਅੱਗੇ ਮੈਂ 1 ਵਾਰੀ ਕਰ ਚੁੱਕਾ ਕੰਪਲੀਟ। ਬਹੁਤ ਵਧੀਆ ਗੱਲ ਹੈ ਜੀ। ਤੇ ਉਹਦੇ ਵਿੱਚ ਦੇਖੋ ਕਈ ਚੀਜ਼ਾਂ ਸਾਨੂੰ ਪਤਾ ਲੱਗਦੀ ਹੈ ਗੁਰਬਾਣੀ ਦੇ ਵਿੱਚੋਂ, ਪਰ ਉਹ ਗੁਰਬਾਣੀ ਦੀ ਕਈ ਚੀਜ਼ਾਂ ਦੀ ਸਮਝ ਤਾਂ ਨਹੀਂ ਆਉਂਦੀ, ਪਰ ਦੂਜੀਆਂ ਸੈਂਚੀਆਂ ਜਿਹੜੀਆਂ ਹੈਗੀਆਂ ਨਾ, ਉਹ ਜਿਨ੍ਹਾਂ 'ਚ ਅਰਥ ਵੀ ਹੁੰਦੇ ਆ, ਇੰਗਲਿਸ਼ 'ਚ ਵੀ ਹੈਗਾ, ਉਹ ਫਿਰ ਇਹ ਪਾਠ ਕਰਨ ਲਈ ਨਹੀਂ, ਉਹ ਪਰ ਇਨਫੋਰਮੇਸ਼ਨ ਲੈਣ ਲਈ ਉਹ ਠੀਕ। ਹਾਂ, ਹੁਣ ਕੰਮ ਸੌਖਾ ਹੈ ਜੀ, ਸੌਖਾ। ਹਾਂ, ਤੁਸੀਂ ਜਿਹੜਾ ਪੰਨਾ ਪੜ੍ਹਿਆ ਤੁਸੀਂ ਉਹ ਸਿੱਖ ਨੈਟ 'ਤੇ ਜਾ ਸਕਦੇ ਹੋ, ਕਈ ਐਸੀਆਂ ਵੈਬਸਾਈਟਸ ਨੇ, ਉਹ ਪੰਨੇ ਦੇ ਨਾਲ ਅਰਥ ਨੇ। ਠੀਕ ਆ, ਉਹ ਫਿਰ ਤੁਸੀਂ ਜੇ ਉਹਦੇ ਨਾਲ ਜਿੱਥੇ ਤੁਹਾਨੂੰ ਸ਼ਬਦ ਕਿਤੇ ਨਹੀਂ ਸਮਝ ਆਇਆ, ਤੁਸੀਂ ਉੱਥੇ ਜਾਂਦੇ ਹੋ ਤਾਂ ਤੁਹਾਨੂੰ ਫਿਰ ਉਹ ਸਮਝ ਆ ਜਾਂਦਾ ਵੀ ਇਹ। ਪਰ ਮੈਂ ਜਿਹੜੀ ਗੱਲ ਕਰਨੀ ਸੀ ਨਾ, ਹਾਂਜੀ, ਉਹ ਰਹਿ ਨਾ ਜਾਵੇ। ਪਹਿਲਾਂ ਉਹ ਕਰ, ਜਿੱਦਣ ਦਾ ਮੈਂ ਪਾਠ ਸ਼ੁਰੂ ਕੀਤਾ ਪਹਿਲੀ ਦਾ, ਮੇਰੀ ਸੇਵਾ ਹੀ ਬੜੀ ਹੁੰਦੀ ਆ। ਹੁਣ ਤੁਸੀਂ ਪਰਮਾਰਥ ਵਾਲੇ ਹੋ ਗਏ। ਨਹੀਂ, ਜਿੱਦਾਂ ਹਨਾ ਇੰਡੀਆ ਦੇ ਵਿੱਚ ਲੇਡੀਜ਼ ਕਰਦੀਆਂ ਹੁੰਦੀਆਂ ਵੀ ਜਿਹੜੇ ਭਾਈ ਹੁੰਦੇ ਆ, ਉਹਨਾਂ ਨੂੰ ਬਦਾਮ ਜੀ, ਉਹ ਕਈ ਚੀਜ਼ਾਂ ਹੁੰਦੀਆਂ ਨਾ, ਉਹ ਪਲੇਟ ਜੀ ਰੱਖ ਦਿੰਦੇ ਹੁੰਦੇ ਆ, ਉਹਨਾਂ ਲਈ ਇਲਾਇਚੀਆਂ, ਬਦਾਮ। ਮੈਨੂੰ ਵੀ ਰੋਜ਼ ਰਾਤ ਨੂੰ ਭੇਜ ਦਿੰਦੇ ਆ ਵਾਈਫ ਮੇਰੀ, ਤਾਂ ਸਵੇਰ ਨੂੰ ਛਿੱਲ ਕੇ ਦਿੰਦੀ ਆ ਬਦਾਮ, ਵੀ ਪਾਠ ਕਰਨਾ। ਇਹ ਚੰਗੀ ਗੱਲ ਹੋ ਗਈ ਨਾ। ਕਿਤੇ ਤੁਹਾਨੂੰ ਕਿਸੇ ਨੇ ਇਉਂ ਤਾਂ ਨਹੀਂ ਸੀ ਦੱਸਿਆ ਵੀ ਜੇ ਤੁਸੀਂ ਆਹ ਕੰਮ ਸ਼ੁਰੂ ਕਰ ਲਓਗੇ ਤੁਹਾਨੂੰ ਬਦਾਮ ਮਿਲਿਆ ਕਰਨ? ਇਸ ਲਾਲਚ ਨੂੰ ਤਾਂ ਨਹੀਂ ਸ਼ੁਰੂ ਕੀਤਾ, ਪਰ ਸ਼ੁਰੂ ਕਰਨ ਤੋਂ ਬਾਅਦ ਹੀ ਇਹਨਾਂ ਚੀਜ਼ਾਂ ਦਾ ਪਤਾ ਲੱਗਾ। ਗੱਲ ਇਉਂ ਹੈ ਲਿੱਦਰ ਸਾਹਿਬ, ਜਿਹੜਾ ਪਰਮਾਰਥ ਵਾਲੀ ਸਾਈਡ ਹੈ ਨਾ ਜੀ, ਇਹ ਜਦ ਤੱਕ ਤੁਸੀਂ ਇਹ ਸਾਈਡ 'ਚ ਪੈਂਦੇ ਨਹੀਂ ਜੀ, ਉਦੋਂ ਤੱਕ ਪਤਾ ਨਹੀਂ ਲੱਗਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਬਿਲਕੁਲ ਸਹੀ ਤੁਹਾਡੀ। ਅਸੀਂ ਪਹਿਲਾਂ ਬਹੁਤ ਕੁਝ ਕਰਦੇ ਹਾਂ, ਅਸੀਂ ਨੁਕਸ ਕੱਢਦੇ ਹਾਂ, ਅਸੀਂ ਕਹਿੰਦੇ ਹਾਂ ਵੀ ਮੈਂ ਇਸ ਗੱਲ ਨੂੰ ਨਹੀਂ ਮੰਨਦਾ, ਇੱਥੇ ਤੱਕ ਵੀ ਅਸੀਂ ਮੁਨਕਰ ਹੁੰਦੇ ਆ ਇਹ ਜਿਹੀਆਂ ਗੱਲਾਂ ਤੋਂ। ਪਰ ਜਦੋਂ ਤੁਸੀਂ ਆਪ ਇਨਵੋਲਵ ਹੁੰਦੇ ਹੋ ਉਹਦੇ ਵਿੱਚ, ਜੀ, ਤੁਹਾਡੀ ਸੋਚ ਮੈਂ ਕਹਿੰਦਾ ਜੀ ਓਵਰਨਾਈਟ ਬਦਲਦੀ। ਬਿਲਕੁਲ ਗੱਲ ਤੁਹਾਡੀ ਸਹੀ ਆ। ਇਹ ਤਾਂ ਫਿਰ ਉਹੀ ਪ੍ਰੈਕਟੀਕਲ ਗੱਲ ਹੋ ਗਈ ਨਾ, ਵੀ ਜਦੋਂ ਤੁਸੀਂ ਉਹ ਮੂਵਮੈਂਟ ਜਾਂ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਗੁਜ਼ਰਦੇ ਆ ਤੇ ਵਿਚਰਦੇ ਆ, ਤਾਂ ਫਿਰ ਤੁਹਾਨੂੰ ਪਤਾ ਤੁਹਾਡੇ ਮਨ ਦੀ ਤਸੱਲੀ ਹੋਣ ਲੱਗ ਜਾਂਦੀ ਹੈ। ਜੀ। ਫਿਰ ਇੱਕ ਗੱਲ ਤੁਸੀਂ ਹੋਰ ਨੋਟ ਕਰਿਓ, ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਸਿਫਤ ਕੀਤੀ ਜਾਵੇ ਉਨੀ ਥੋੜੀ ਹੈ। ਜੀ, ਪਰ ਗੁਰੂ ਗ੍ਰੰਥ ਸਾਹਿਬ ਜੀ ਆਪਦੇ ਆਪ ਦੇ ਵਿੱਚ ਬਹੁਤ ਵਧੀਆ ਪੋਇਟਰੀ ਹੈ। ਬਿਲਕੁਲ ਸਹੀ ਗੱਲ ਤੁਹਾਡੀ, ਕਮਾਲ ਦੀ ਕਵਿਤਾ। ਜਦੋਂ ਤੁਸੀਂ ਇੱਕ ਵਾਰੀ ਪਾਠ ਸ਼ੁਰੂ ਕਰ ਲੈਂਦੇ ਹੋ, ਫਿਰ ਤੁਹਾਨੂੰ ਉਹ 'ਚ ਸਵਾਦ ਆਉਣ ਲੱਗਦਾ। ਬਿਲਕੁਲ, ਆਹ ਤੁਸੀਂ ਲੱਖ ਰੁਪਏ ਦੀ ਗੱਲ ਕੀਤੀ, ਇਹ ਬਿਲਕੁਲ ਹਕੀਕਤ ਆ, ਟਰੂ। ਉਹ ਫਿਰ ਮਨ ਤੁਹਾਡਾ ਲੱਗ ਜਾਂਦਾ। ਹਾਂਜੀ, ਹਾਂ, ਔਰ ਮੈਂ ਤੇ ਬਹੁਤ ਇੰਜੋਏ ਕਰਦਾ। ਔਰ ਤੁਹਾਨੂੰ, ਤੁਸੀਂ ਜੇ ਚੱਲਦੇ ਹੋ ਵੀ ਮੈਂ ਗਿਣਤੀ ਇੰਨੀ ਕਰਨੀ ਆ, ਮੇਰੀ ਸਲਾਹ ਗਿਣਤੀ ਨੂੰ ਛੱਡ ਦਿਓ ਵੀ ਅੱਜ ਮੈਂ ਇੰਨੇ ਇਹ ਸੀਗਾ, ਇਹ ਤੁਸੀਂ ਨਵੀਂ ਗੱਲ ਮੇਰੇ ਲਈ ਕੀਤੀ ਆ। ਹਾਂਜੀ, ਬਿਲਕੁਲ ਸਹੀ ਗੱਲ ਤੁਹਾਡੀ, ਇਹ ਤੇ ਮੈਂ ਫਰਕ ਕਰੂੰਗਾ ਹੁਣ। ਪਰ ਮੈਂ ਅੱਗੇ ਤਹਈਆ ਕੀਤਾ ਹੈ ਵੀ ਇੰਨੇ ਕੁ ਪੇਜ ਕਰਿਆ ਕਰੋ ਰੋਜ਼। ਤੁਸੀਂ ਉਕਾਲ, ਆਹੋ, ਇਹ ਤਾਂ ਹੈ ਟਾਈਮ ਮਗਰ ਬੰਦਤ ਹੈ ਹੀ ਨਹੀਂ, ਬੰਦਿਸ਼ ਕੋਈ ਬੰਦਿਸ਼ ਨਹੀਂ ਹੈ, ਕੋਈ ਪ੍ਰੋਬਲਮ ਨਹੀਂ।
ਤੁਸੀਂ ਉਸ ਨੂੰ ਜਿੰਨੇ ਨੂੰ ਪੜ੍ਹਦੇ ਹੋ ਉਹਨੂੰ ਤਸੱਲੀ ਨਾਲ ਪੜ੍ਹੋ, ਔਰ ਜਦੋਂ ਇਸ ਤਰ੍ਹਾਂ ਪੜ੍ਹੋਗੇ ਤਾਂ ਆਪਣੇ ਆਪ ਉਹਦੀ ਸਮਝ ਵੀ ਆਉਣ ਲੱਗ ਜਾਂਦੀ ਹੈ। ਦੇਖੋ ਮੈਨੂੰ ਤਾਂ ਹੁਣ ਸੇਵਾ ਜਿਹੜੀ ਮੇਰੀ ਹੋਣ ਲੱਗ ਪਈ ਅੱਗੇ ਨਾਲੋਂ ਜ਼ਿਆਦਾ, ਮੈਂ ਤੇ ਹੁਣ ਮੇਰਾ ਦੇਖਾ ਤੁਹਾਨੂੰ ਮੈਂ ਉੱਥੋਂ ਬਦਾਮਾਂ ਦਾ ਤੁਹਾਡਾ ਕੰਮ ਹੋਰ ਲੰਬਾ ਕਰ ਦਿੱਤਾ, ਹੋਰ ਲੰਬੀ ਦੇਰ ਤੱਕ ਮਿਲਣਗੇ। ਪਰ ਇਹ ਆਪਦੇ ਆਪ 'ਚ ਇੱਕ ਬੜੀ ਵੱਖਰਾ ਇਹ ਹੈਗਾ ਜੀ, ਇਹਦਾ ਸਵਾਦ ਹੀ ਵੱਖਰਾ। ਹਾਂਜੀ, ਮੈਨੂੰ ਨਾ ਇੱਕ ਹੋਰ ਚੇਤੇ ਆਈ ਆ ਗੱਲ ਕਿ ਜਿੱਦਾਂ ਹੁਣ ਸਾਡਾ ਇੱਕ ਦੋਸਤ ਹੁੰਦਾ ਜੀ ਵਡੇਰਾ, ਪ੍ਰੋਫੈਸਰ ਵਡੇਰਾ, ਮੌਂਟਰੀਅਲ। ਕੱਲ੍ਹ ਹੀ ਲੈ ਲਓ ਫਿਰ ਤੁਸੀਂ। ਹਾਂਜੀ, ਇਹ ਜੀ ਇਸ ਵੇਲੇ ਜੀ ਸਾਡੇ ਨਾਲ ਸਾਡੇ ਜਿਹੜੇ ਤੀਸਰੇ ਹੋਸਟ ਨੇ ਜੀ ਉਹ ਜੁੜ ਚੁੱਕੇ ਨੇ ਤੇ ਤੁਹਾਡੇ ਨਾਲ ਹੁਣ ਗੱਲਬਾਤ ਕਰਨ ਚਾਹੁੰਗੇ। ਮੈਂ ਕਿਹਾ ਜੀ ਲੀਡਰ ਸਾਹਿਬ, ਜਿਵੇਂ ਤੁਹਾਡਾ ਤਾਂ ਉਹ ਕੰਮ ਹੋਗਾ ਜਿਵੇਂ ਸ਼ੇਖ ਫਰੀਦ ਦੀ ਮਾਂ ਨੇ ਸ਼ੇਖ ਫਰੀਦ ਨੂੰ ਰੱਬ ਵੱਲ ਜੋੜਿਆ ਸੀ ਵੀ ਰਿਓੜੀਆਂ ਮਿਲਿਆ ਕਰਨਗੀਆਂ ਤੁਹਾਨੂੰ ਸਵੇਰੇ ਉੱਠ ਕੇ, ਤੇ ਤੁਹਾਨੂੰ ਭਰਜਾਈ ਜੀ ਨੇ ਬਦਾਮਾਂ ਦੀ ਪੇਸ਼ਕਸ਼ ਕੀਤੀ ਵੀ ਰੱਬ ਕੰਨੀ ਜੁੜ ਜਾਣ ਇਹ। ਤੇ ਨਾਲੇ ਇੱਕ ਮੈਂ ਵੀ ਇੱਥੇ ਦੇਖੋ ਜੀ, ਜਦ ਆਪਣੇ ਪਾਠ ਹੁੰਦੇ ਨੇ ਰੌਲ ਲਾਉਣਾ ਜੀ ਇੱਥੇ, ਸਧਾਰਨ ਪਾਠ ਦੀ ਵੀ, ਅਖੰਡ ਪਾਠ ਸਾਹਿਬ 'ਚ ਵੀ, ਤੇ ਜਦ ਮਹਾਰਾਜ ਜੀ ਤਾਬਿਆ ਬੈਠੀ ਦਾ ਨਾ ਤੇ ਗੱਲੇ ਕੁਝ ਹੋਰ ਹੋ ਜਾਂਦੇ ਜੀ ਉੱਥੇ ਬੈਠੇ। ਗੱਲ ਸਹੀ ਆ ਤੁਹਾਡੀ, ਬਿਲਕੁਲ। ਜਦ ਮਹਾਰਾਜ ਜੀ ਤਾਬੇ ਆਪਾਂ ਬੈਠਦੇ ਆ ਨਾ, ਉੱਥੇ ਬੰਦਾ ਹੀ ਆਪਣੇ ਆਪ ਨੂੰ ਚੇਂਜ ਸਮਝਦਾ ਜੀ ਆਪਣੇ ਆਪ 'ਚ ਵੀ ਹਾਂ ਵੀ ਸਾਡੇ 'ਚ ਕੁਝ ਚੇਂਜ ਆ ਗਿਆ, ਜ਼ਮੀਨ ਅਸਮਾਨ ਦਾ ਚੇਂਜ ਆ ਜਾਂਦਾ ਜੀ ਉਹਦੇ ਵਿੱਚ। ਬਿਲਕੁਲ ਸਹੀ ਗੱਲ ਹੈ। ਥੈਂਕ ਯੂ ਸੋ ਮਚ। ਹਾਂਜੀ, ਤੇ ਲੀਡਰ ਸਾਹਿਬ ਤੁਹਾਨੂੰ ਰੇਵੜੀਆਂ ਵਾਲਾ ਚਸਕਾ ਪੈ ਗਿਆ ਜੀ ਬਦਾਮਾਂ ਦਾ। ਥੈਂਕ ਯੂ ਸੋ ਨਾਈਸ ਆਫ ਯੂ। ਥੈਂਕਸ ਜੀ, ਮੈਂ ਤੁਹਾਡੇ ਨਾਲ ਹੀ ਆ, ਟੈਲੀਫੋਨ ਤੇ ਹੋ ਗਿਆ, ਸ਼ਕਲ ਹੀ ਨਹੀਂ ਦਿੰਦੇ, ਆਵਾਜ਼ ਤਾਂ ਆਉਂਦੀ ਹੈ ਜੀ ਸਾਡੀ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਓਕੇ, ਥੈਂਕ ਯੂ। ਮੈਂ ਉਹ ਗੱਲ ਕਰਨ ਲੱਗਾ ਸੀ ਪ੍ਰੋਫੈਸਰ ਵਡੇਰੇ ਦੀ। ਹਾਂਜੀ, ਤੇ ਉਹ ਜਦੋਂ ਨਾ ਇਹ ਗੈਟ ਟੂਗੈਦਰ ਹੋਣੀ, ਉਹ ਨਾ ਥੋੜਾ ਜਿਹਾ ਵਿਸਕੀ ਪੀਣ ਦਾ ਸ਼ੌਕੀਨ ਸੀਗਾ, ਇੰਜੋਏ ਕਰਨ ਲਈ। ਤੇ ਉਹ ਨਾ ਇੱਕ ਲਾਈਨਾਂ ਬੋਲਦਾ ਹੁੰਦਾ ਸੀ, ਮੈਨੂੰ ਸਾਰੀਆਂ ਤਾਂ ਨਹੀਂ ਚੇਤੇ, ਪਰ ਥੋੜ੍ਹੀਆਂ ਲਾਈਨਾਂ ਮੈਨੂੰ ਚੇਤੇ ਆ, ਉਹ ਜ਼ਿਹਨ 'ਚ ਪਈਆਂ, ਮੈਂ ਕਿਤੇ ਲਿਖੀਆਂ ਵੀ ਨਹੀਂ ਉਹ, ਪਰ ਮੈਨੂੰ ਕਈ ਵਾਰੀ ਯਾਦ ਆਉਂਦੀਆਂ ਰਹਿੰਦੀਆਂ। ਕੀ ਨੇ ਉਹ ਲਾਈਨਾਂ? ਉਹਨੇ ਕਹਿਣਾ ਮੇਰੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਹੈ, ਕਈ ਵਾਰ ਮੈਂ ਰੋਂਦਾ ਰਿਹਾ ਜ਼ਿੰਦਗੀ ਨੂੰ, ਤਾਂ ਕਈ ਵਾਰ ਮੈਨੂੰ ਰੋਈ ਜ਼ਿੰਦਗੀ ਹੈ, ਮੇਰੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਹੈ। ਮੈਂ ਧੁੱਪਾਂ 'ਚ ਬੈਠਾ ਮੈਂ ਸਾਏ ਵੀ ਦੇਖੇ, ਮੈਂ ਧੁੱਪਾਂ 'ਚ ਬੈਠਾ ਮੈਂ ਸਾਏ ਵੀ ਦੇਖੇ, ਕਹਿੰਦਾ ਮੈਂ ਆਪਣੇ ਵੀ ਦੇਖੇ ਤਾਂ ਮੈਂ ਪਰਾਏ ਵੀ ਦੇਖੇ, ਪਰ ਮੁਸ਼ਕਿਲ ਦੇ ਵਿੱਚ ਕੋਈ ਕਿਸੇ ਦਾ ਨਹੀਂ ਬਣਿਆ, ਕਹਿੰਦਾ ਮੈਂ ਚਾਚੇ ਵੀ ਦੇਖੇ ਤਾਂ ਤਾਏ ਵੀ ਦੇਖੇ, ਮੁਸ਼ਕਿਲ ਦੇ ਵਿੱਚ ਕੋਈ ਕਿਸੇ ਦਾ ਨਹੀਂ ਬਣਿਆ, ਮੈਂ ਚਾਚੇ ਵੀ ਦੇਖੇ ਮੈਂ ਤਾਏ ਦੇਖੇ। ਦੇਖੋ ਉੱਦਾਂ ਵੈਸੇ ਇਹ ਹਕੀਕਤ ਆ ਕਿ ਜਦੋਂ ਇਨਸਾਨ 'ਤੇ ਕੋਈ ਭਾਰੀ ਬਣਦੀ ਹੈ, ਕੋਈ ਦੁੱਖ ਤਕਲੀਫ ਆਉਂਦੀ ਆ, ਕੋਈ ਇੱਦਾਂ ਦਾ ਸਮਾਂ ਆ ਜਾਂਦਾ ਕਿ ਤੁਹਾਡੇ ਫਿਰ ਆਪਣੇ ਜਿਹੜੇ ਹੁੰਦੇ ਨਾ ਉਹ ਥੋੜ੍ਹੇ ਦੂਰ ਹੋਣ ਲੱਗ ਪੈਂਦੇ। ਦੁਖੀ ਬੰਦੇ ਦੇ ਲਾਗੇ ਲੱਗਣ ਨੂੰ ਕੋਈ ਐਡਾ ਕੋਈ ਸੂਰਮਾ ਹੁੰਦਾ ਜਿਹੜਾ ਲੱਗੇ ਨਹੀਂ, ਤਾਂ ਫਿਰ ਉਹ ਕਹਿਣਾ ਯਾਰ ਉਹ ਤਾਂ ਦੁੱਖ ਦੀਆਂ ਹੀ ਗੱਲਾਂ ਕਰਨੀਆਂ। ਇਹ ਜ਼ਿੰਦਗੀ ਦੇ ਵਿੱਚ ਦੀ ਉਤਰਾਅ ਚੜ੍ਹਾਅ ਇਨਸਾਨ 'ਤੇ ਆਉਂਦੇ ਰਹਿੰਦੇ ਆ, ਔਰ ਇਹਨਾਂ ਦਾ ਕੋਈ ਟਾਈਮ ਨਹੀਂ, ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹੜੇ ਪਰਿਵਾਰ 'ਤੇ ਜਾਂ ਕਿੱਦਾਂ ਦਾ ਸਮਾਂ ਆ ਜਾਣਾ। ਉਤਰਾਅ ਚੜ੍ਹਾਅ ਆਉਣਗੇ ਜੀ। ਇਹ ਨਹੀਂ ਹੋਊਗਾ ਕਿ ਤੁਹਾਡੀ ਜ਼ਿੰਦਗੀ ਉੱਪਰ ਨੂੰ ਹੀ ਤੁਰੀ ਜਾਊਗੀ, ਬਿਲਕੁਲ, ਜਾਂ ਥੱਲੇ ਨੂੰ ਹੀ ਤੁਰੀ ਜਾਊਗੀ, ਜਾਂ ਇੱਕ ਲੈਵਲ ਤੇ ਤੁਰੀ ਜਾਊਗੀ। ਇਹ 'ਚ ਜ਼ਰੂਰ ਉਤਰਾਅ ਚੜ੍ਹਾਅ ਆਉਣਗੇ, ਔਰ ਉਹ ਤੁਹਾਨੂੰ ਪਰਖਦੇ ਆ। ਠੀਕ, ਉਹ ਤੁਹਾਨੂੰ ਜਿਵੇਂ ਸੋਨਾ ਪੱਠੀ 'ਚ ਪਾ ਕੇ ਕੁੰਦਨ ਬਣ ਜਾਂਦਾ ਜੀ, ਉਹ ਫਿਰ ਤੁਹਾਨੂੰ ਕੁੰਦਨ ਬਣਾਉਂਦੇ ਆ ਉਸ ਵੇਲੇ। ਅੱਛਾ, ਤੁਹਾਨੂੰ ਉਹ ਲੜਨਾ ਸਿਖਾਉਂਦੇ ਆ, ਤੁਹਾਨੂੰ ਤੁਸੀਂ ਆਪਦੀ ਉਸ ਵੇਲੇ ਪਾਵਰ ਟੈਸਟ ਕਰਦੇ ਹੋ। ਠੀਕ ਆ। ਤੇ ਇੱਕ ਹੋਰ ਨਿਤ ਸਾਹਿਬ, ਹੁਣ ਤੁਸੀਂ ਸੋਨੇ ਦੀ ਗੱਲ ਕੀਤੀ ਆ, ਆਮ ਹੀ ਕਹਿੰਦੇ ਆ ਜੇ ਆਹ ਕੰਮ ਹੋਵੇ ਫਿਰ ਤਾਂ ਸੋਨੇ ਤੇ ਸੁਹਾਗਾ ਹੋ ਗਿਆ। ਇਹ ਸੁਹਾਗਾ ਜਿਹੜਾ ਆ ਸੋਨੇ ਦੇ ਨਾਲ ਰਿਲੇਟਡ ਆ, ਜਿਹੜਾ ਉਹ ਸੁਹਾਗਾ ਨਾ, ਹੁਣ ਮੈਨੂੰ ਉਹ ਸੁਹਾਗੇ ਦਾ ਪਤਾ ਨਹੀਂ, ਪਰ ਉਹ ਸੁਹਾਗਾ ਉਹ ਨਹੀਂ ਹੈ ਜਿਹੜਾ ਧਰਤੀ ਸਾਫ਼ ਕਰਨ ਵਾਸਤੇ ਹੈ। ਉਹ ਸਮਥਿੰਗ ਟੂ ਡੂ ਵਿਦ ਜਿਹੜੇ ਆਪਣੇ ਸੋਨੇ ਦਾ ਕੰਮ ਕਰਦੇ ਨੇ ਨਾ, ਉਹਨਾਂ ਦੇ ਵਿੱਚ ਜਾਂ ਤਾਂ ਉਹ ਕੋਈ ਚੀਜ਼ ਹੈਗੀ ਆ, ਕੋਈ ਉਹਦੀ ਹੈਗੀ ਆ ਗਹਿਣਾ ਹੈ, ਜਾਂ ਕੁਝ ਹੋਰ ਆ। ਉਹ ਸੁਹਾਗਾ ਉਹ ਹੈ ਜੀ, ਉਹ ਧਰਤੀ ਸੰਭਨ ਵਾਲਾ। ਮੈਂ ਕਾਲ ਕੀਤੀ ਸੀ ਰੂਬੀ ਜੂਲਰ ਵਾਲੇ ਨੂੰ, ਉਹ ਮੈਂ ਕਿਹਾ ਬਈ ਗੱਲ ਸੁਣ,
ਇਹ ਸੋਨੇ ਤੇ ਸੁਹਾਗਾ ਜਿਹੜਾ ਹੁੰਦਾ ਵੀ ਉਹ ਕੀ ਚੀਜ਼ ਆ। ਹੱਸਿਆ ਪਹਿਲਾਂ ਬੜਾ, ਹਾਂਜੀ, ਕਹਿੰਦਾ ਵੀ ਕੁਐਸਚਨ ਤੁਸੀਂ ਚੰਗਾ ਕੀਤਾ, ਹਾਂਜੀ, ਪਰ ਕਹਿੰਦਾ ਵੀ ਸੁਹਾਗਾ ਜਿਹੜਾ ਆ ਕਿ ਸੋਨੇ ਦੀ ਟੋਂਬੀ ਨਹੀਂ ਉਹਨਾਂ ਚਿਰ ਬਣ ਸਕਦੀ ਜਿੰਨਾ ਸੁਹਾਗਾ ਇੱਕ ਕਿਸਮ ਦਾ ਨਾ ਸੋਲੂਸ਼ਨ ਆ। ਸੁਹਾਗਾ ਇੱਕ ਕਿਸਮ ਦਾ ਕੈਮੀਕਲ ਕਹਿ ਲਓ, ਜਾਂ ਉਹਨੇ ਮੈਨੂੰ ਨਾਮ ਵੀ ਦੱਸਿਆ, ਮੈਨੂੰ ਹੁਣ ਜੇਨ ਚੋਂ ਨਿਕਲ ਗਿਆ, ਕਿ ਉਹ ਜਿੰਨਾ ਚਿਰ ਸੋਨਾ ਨਾ ਛਿਛੜੇ ਜਿਹੇ ਬਣੀ ਰਹਿੰਦੇ ਆ, ਤੁਸੀਂ ਢਾਲਦੇ ਆ, ਉਹ ਸੁਹਾਗੇ ਦੇ ਨਾਲ ਜੁੜ ਜਾਂਦਾ, ਫਿਰ ਸੋਨਾ ਇੱਕ ਤਾਰ ਬਣ ਜਾਂਦੀ ਹੈ, ਸੋਨਾ ਇੱਕ ਲਾਈਨ 'ਚ ਆ ਜਾਂਦਾ, ਫਿਰ ਤੁਸੀਂ ਉਹਦੇ ਨਾਲ ਜਿਊਲਰੀ ਬਣਾਉਣੀ ਹੁੰਦੀ ਬਣਾ ਸਕਦੇ। ਇਸੇ ਕਰਕੇ 24 ਕੈਰਟ ਦੀ ਜਿਊਲਰੀ ਨਹੀਂ ਹੁੰਦੀ। ਹਾਂ, ਤੇ ਫਿਰ ਸੁਹਾਗੇ ਨਾਲ ਚਮਕ ਵੀ ਆਉਂਦੀ। ਮੇਰੇ ਖਿਆਲ ਜਿਹੜੀ ਜਿਊਲਰੀ ਹੋਊਗੀ 22 ਕੈਰਟ ਦੀ ਹੋਊਗੀ ਜਾਂ ਥੱਲੇ ਦੀ ਹੋਏਗੀ, 24 ਕੈਰਟ ਹੋ ਨਹੀਂ ਸਕਦੀ, ਕਿਉਂਕਿ ਫਿਰ ਉਹਦੇ ਨਾਲ ਚਮਕ ਵੀ ਨਹੀਂ ਆਉਂਦੀ ਉਨੀ ਉਹਦੇ ਸੌਫਟ ਤੇ ਕਾਪਰ ਜਿੰਨਾ ਚਿਰ ਨਹੀਂ ਰਲਦਾ, ਕਾਪਰ ਰਲਦਾ। ਚਲੋ ਕਿਆ ਬਾਤ ਹੈ, ਤੁਸੀਂ ਸੁਹਾਗਾ ਨਾਮ ਦੱਸਿਆ। ਮੇਰੇ ਖਿਆਲ ਆਪਾਂ ਹੁਣ ਕੰਮ ਨੇੜੇ ਤੇੜੇ ਜੀ ਆਪਣਾ, ਕੋਈ ਹੋਰ ਗੱਲ ਕਰਨੀ ਚਾਹੋ? ਮੈਂ ਤੇ ਇੱਕ ਹੋਰ ਗੱਲ ਕਰਨੀ ਸੀ ਕਿ ਮੈਨੂੰ ਇੱਕ ਯਾਦ ਆ ਕਿ ਬਜ਼ੁਰਗ ਸੀਗਾ ਕੋਈ, ਤੇ ਉਹ ਜਿੱਦਾਂ ਹੁਣ ਅਸੀਂ ਜਿਸ ਉਮਰ 'ਚ ਪਹੁੰਚੇ ਆ, 80 ਤੋਂ ਉੱਤੇ ਹੀ ਹੋਊਗਾ, ਤੇ ਉਹ ਨਾ ਇੱਕ ਟਰੰਕ ਰੱਖਦਾ ਹੁੰਦਾ, ਟਰੰਕ ਨੂੰ ਜਿੰਦਾ ਲਾ ਕੇ ਰੱਖ, ਤੇ ਜਦੋਂ ਰੋਟੀ ਵੀ ਖਾਣੀ ਟਰੰਕ ਦੇ ਉੱਤੇ ਬਹਿ ਕੇ ਖਾਣੀ, ਤੇ ਉਹਦੀ ਚਾਬੀ ਆਪਣੀ ਉਹ ਝੱਗੀ ਜਿਹੜੀ ਹੁੰਦੀ ਨਾ ਉਹਦੇ ਵਿੱਚ ਰੱਖਣੀ। 3 ਨੌਹਾਂ ਸੀ ਉਹਦੀਆਂ, 3 ਮੁੰਡੇ ਸੀ, ਇਕੱਠਾ ਪਰਿਵਾਰ ਰਹਿੰਦਾ ਸੀ, ਤੇ ਉਹ ਵਸਾਹ ਨਹੀਂ ਸੀ ਕਰਦਾ। ਅੱਛਾ, ਤੇ ਸਾਰਿਆਂ ਨੂੰ ਇਹੋ ਸੀ ਵੀ ਇਹਦੇ ਵਿੱਚ ਖਜ਼ਾਨਾ ਆ, ਹੁੰਦਾ ਹੀ ਆ ਨਾ, ਜਿਹੜੀ ਇੰਨੀ ਸੰਭਾਲ ਕਰਦਾ, ਰਾਤ ਨੂੰ ਵੀ ਲਾਗੇ ਰੱਖਣਾ। ਤੇ ਉਹ ਨਾ ਉਹਦੀ ਸਮਹਾਓ 2-4 ਸਾਲ ਬਾਅਦ ਡੈਥ ਹੋ ਗਈ, ਪਰ ਉਹਦੀ ਸੇਵਾ ਹੁੰਦੀ ਰਹੀ। ਨਾ ਨੌਹਾਂ ਦੀ ਸੇਵਾ ਕਰਨੀ, ਕਿਸੇ ਨੇ ਕਹਿਣਾ ਪਾਪਾ ਜੀ ਅੱਜ ਮੈਂ ਖੀਰ ਬਣਾਈ ਆ, ਕਿਸੇ ਨੇ ਕਹਿਣਾ ਅੱਜ ਮੈਂ ਫਲਾਨੀ ਚੀਜ਼ ਬਣਾਈ ਆ, ਤੁਸੀਂ ਚੱਕ ਕੇ ਦੇਖੋ, ਦੇ ਕਰੋ, ਉਹ ਕਰੋ। ਮਤਲਬ ਉਹਨਾਂ ਦਾ ਸੀਗਾ ਬਈ ਇਹਦੇ ਨਾਲ ਜੁੜੇ ਰਹੀਏ, ਪਤਾ ਨਹੀਂ ਹੁਣ ਇਹਦੇ ਵਿੱਚ ਕੀ ਆ। ਹਾਂ, ਉਹਦੀ ਡੈਥ ਹੋ ਗਈ। ਤੇ ਹੁਣ ਉਹ ਸੰਸਕਾਰ ਕਰਕੇ ਜਦੋਂ ਆਏ ਆ, ਤੇ ਦਬ ਜਦੋਂ ਲੋਕੀ ਆਪੋ ਆਪਣੇ ਘਰਾਂ ਨੂੰ ਚਲੇ ਗਏ, ਉਡੀਕਦੇ ਹੋਣਗੇ ਛੇਤੀ ਜਾਣ, ਕਹਿੰਦੇ ਵੀ ਆਹੋ, ਫਿਰ ਕਹਿੰਦੇ ਵੀ ਉਹ ਟਰੰਕ ਖੋਲੋ। ਹਾਂਜੀ, ਚਾਬੀ ਦੀ ਭਾਲ ਭੂਲ ਕਰਕੇ, ਹੁਣ ਚਾਬੀ ਕਿਹੜੀ ਉਹ ਨਾਲ ਲੈ ਜਾਣੀ ਸੀ, ਤੇ ਲੱਭ ਲਈ। ਹਾਂਜੀ, ਤੇ ਟਰੰਕ ਖੋਲਿਆ, ਤੇ ਉਹਨਾਂ ਨੇ ਕਿਹਾ ਬਈ ਵਿੱਚੇ ਹੁਣ ਪਤਾ ਨਹੀਂ ਕੀ ਹੋਊਗਾ, ਸੋਨਾ ਹੋਊਗਾ ਜਾਂ ਕੈਸ਼ ਹੋਊਗਾ। ਉਹ ਪੁਰਾਣੇ ਕੱਪੜੇ ਨਿਕਲੇ, ਕੋਈ ਕੰਮ ਦੀ ਚੀਜ਼ ਨਹੀਂ ਸੀ ਵਿੱਚ, ਪਰ ਉਹਦਾ ਇੰਪ੍ਰੈਸ਼ਨ ਇਹੋ ਜਿਹਾ ਪਾਇਆ ਸੀ ਬਈ ਇਹਦੇ ਵਿੱਚ ਪਤਾ ਨਹੀਂ ਕੀ ਆ। ਤੁਸੀਂ ਦੇਖੋ ਫਿਰ ਇਹ ਲਾਲਚ ਹੈ, ਲਾਲਚ ਹੈ, ਬਿਲਕੁਲ। ਅਗਲੇ ਨੂੰ, ਉਹਨਾਂ ਨੂੰ ਲਾਲਚ ਸੀਗਾ ਵੀ ਉਹਨਾਂ ਨੂੰ ਇਸ ਕਰਕੇ ਸੇਵਾ ਨਹੀਂ ਸੀ ਹੋ ਰਹੀ ਵੀ ਇਹ ਸਾਡਾ ਬਜ਼ੁਰਗ ਹੈ। ਉਹ ਇਸ ਕਰਕੇ ਸੇਵਾ ਹੋ ਰਹੀ ਸੀ ਕਿ ਬਜ਼ੁਰਗ ਕੋਲੇ ਟਰੰਕ ਹੈ। ਇੱਕ ਮੇਰੇ ਨਾ ਕੰਨ 'ਚ ਹੋਰ ਗੱਲ ਪਈ ਆ, ਉਹ ਵੀ ਮੈਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ। ਜ਼ਰੂਰ। ਕਿ ਜਦੋਂ ਇੱਕ ਕਪਲ ਆ, ਫਰਜ਼ ਉਹਨਾਂ ਦੀ ਮਦਰ ਵੀ ਨਾਲ ਆ, ਤੇ ਉਧਰੋਂ ਵੀਜ਼ਾ ਮਿਲ ਜਾਂਦਾ ਆ ਸੱਸ ਨੂੰ, ਮੁੰਡੇ ਦੀ ਸੱਸ ਨੂੰ, ਤੇ ਉਹਦੀ ਵਾਈਫ ਦੀ ਮਦਰ ਨੂੰ। ਠੀਕ ਹੈ, ਫਿਰ ਉਹ ਚਾਹੁੰਦੀ ਆ ਕਿ ਇਹ ਹੁਣ ਮਦਰ ਰਵੇ ਨਾਲ ਜਾਂ ਸੱਸ ਰਵੇ ਨਾਲ। ਜੀ ਹਾਂ, ਇੱਕ ਕਈ ਵਾਰੀ ਇਦਾਂ ਦੀ ਸਿਚੁਏਸ਼ਨ ਆਈ ਹੈ ਜੀ। ਹਾਂਜੀ, ਇੰਸਟੀਟਿਊਸ਼ਨ ਬਹੁਤਿਆਂ ਪਰਿਵਾਰਾਂ 'ਚ ਆਉਂਦੀ ਆ। ਤੇ ਉੱਥੇ ਆ ਕੇ ਕਈ ਵਾਰੀ ਫਿਰ ਇਹ ਹੁੰਦਾ ਹੈ ਬਈ ਉਹਦੇ 'ਚ ਝਗੜਾ ਸ਼ੁਰੂ ਹੋ ਜਾਂਦਾ ਹੈ ਕਿ ਨਹੀਂ। ਤੇ ਹੁਣ ਆਮ ਤੌਰ ਤੇ 10 ਸਾਲ ਦਾ ਵੀਜ਼ਾ ਮਿਲਿਆ ਹੁੰਦਾ, ਤੇ ਪਰ ਕਈ ਤਾਂ ਇਦਾਂ ਹੁੰਦੀਆਂ ਬਈ ਉਹਨਾਂ ਦੇ 2-3 ਨਿਆਣੇ ਹੁੰਦੇ ਆ, ਉਹ ਦੂਜੀ ਨਾਲ ਚਲੇ ਜਾਂਦੀ ਆ। ਚਲੋ ਉਹ ਇੱਕ ਕਿਸਮ ਦੀ ਹੈਲਪ ਹੀ ਆ, ਮਦਰ ਕਿਸੇ ਦੀ ਵੀ ਹੋਵੇ, ਹਸਬੈਂਡ ਦੀ ਹੋਵੇ ਜਾਂ ਵਾਈਫ ਦੀ ਹੋਵੇ, ਮਦਰ ਤਾਂ ਮਦਰ ਹੀ ਆ ਨਾ, ਔਰ ਹੈਲਪ ਹੋ ਜਾਂਦੀ ਆ। ਤੇ ਜੇ ਦੋਨੋਂ ਹੋਣ ਤੇ ਫਿਰ ਕਈ ਵਾਰੀ ਉਹ ਭਾਂਡੇ ਜਿਹੜੇ ਆ ਇੱਕ ਦੂਜੇ 'ਚ, ਉਹਨ ਕਹਿਣਾ ਇਹਨੂੰ ਬਣਾਉਣਾ ਨਹੀਂ ਆਉਂਦਾ, ਉਹਨ ਕਹਿਣਾ ਆਹ ਸਵਾਦ ਬਣਾਉਂਦੇ ਆ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਉਹਨਾਂ ਦੋਨਾਂ ਨੂੰ ਰਸੋਈ ਸੰਭਾਲ ਦੇਵੇ ਜੀ, ਰਸੋਈ 'ਚ। ਹਾਂ, ਕਿ ਤੁਹਾਡੀ ਮਰਜ਼ੀ ਹੈ ਜੀ, ਤੁਹਾਨੂੰ ਜਿਹਨੂੰ ਬਣਾਉਣਾ ਦਾ ਜਾਂ ਨਹੀਂ ਬਣਾਉਣਾ, ਤੁਸੀਂ ਆਪਦਾ ਰਾਜੀਨਾਮਾ ਕਰ ਲਓ, ਜਿਹੜਾ ਬਣ ਗਿਆ ਸਾਨੂੰ ਪ੍ਰਵਾਨ ਹੈ ਜੀ। ਇੱਕ ਹੋਰ ਗੱਲ ਮੇਰੇ ਕੰਨ 'ਚ ਪੈਂਦੀ ਆ ਆਮ ਤੌਰ ਤੇ, ਉਹ ਕਹਿੰਦੇ ਆ ਵੀ ਜਿਹੜੇ ਪੇਰੈਂਟਸਾਂ ਨੇ, ਜਿਹੜੇ ਸਾਂਝਾ ਘਰ ਹੁੰਦਾ ਵੀ, ਮੁੰਡਾ ਵੀ ਉਹਦੇ ਪਾਰਟ 'ਚ ਆ, ਧੀ ਵੀ ਆ ਤੇ ਮਦਰ ਵੀ ਆ, ਉਹਨਾਂ ਨੇ ਸਾਂਝਾ ਘਰ ਲੈ ਲੈਂਦੇ ਆ ਥੋੜੇ ਥੋੜੇ। ਕਿਉਂਕਿ ਅੱਜ ਕੱਲ੍ਹ ਮਹਿੰਗੇ ਬੜੇ ਆ, ਨਾਲੇ ਕੰਮ ਕਰਦੇ ਹੁੰਦੇ ਸਾਰੇ, ਕੋਈ ਮਾੜੀ ਗੱਲ ਵੀ ਨਹੀਂ ਕਰ ਲੈਣਾ। ਤੇ ਫਿਰ ਜਿਹੜਾ ਹੁਣ ਉਹ ਹੁੰਦਾ ਵੀ ਮਦਰ ਹੁਣ ਜੇ ਨਹੀਂ ਉਹਨੇ ਨਾਲ ਰਹਿਣਾ, ਦੂਜਿਆਂ ਨਾਲ ਰਹਿਣਾ, ਤੇ ਫਿਰ ਚੱਕਰ ਪੈਂਦਾ ਵੀ ਸਾਡੇ ਨਾ ਕਰਦੇ। ਹੁਣ ਫਿਰ ਇਹ ਵੀ ਕਈ ਵਾਰੀ ਨਾ ਪ੍ਰੋਬਲਮ ਆ। ਇਹ ਜਿਹੜੀਆਂ ਗੱਲਾਂ ਨੇ ਨਾ, ਆਪਣੇ ਕੋਲ ਹੁਣ ਸਮਾਂ ਘੱਟ ਆ, ਇਹ ਆਪਦੇ ਆਪ 'ਚ ਬੜੇ ਵੱਡੇ ਟੌਪਿਕ ਨੇ ਜੀ। ਉਹਦੇ 'ਚ ਗੱਲ ਹੈਗੀ ਉਵੇਂ, ਜਦੋਂ ਤੁਸੀਂ
ਸਾਂਝਾ ਕਰ ਲੈਂਦੇ ਹੋ ਜੀ ਫੋਰ ਐਗਜ਼ਾਮਪਲ ਕਿਸੇ ਨਾਲ ਤੁਸੀਂ ਹਸਬੰਡ ਵਾਈਫ ਤਾਂ ਹੈਗੇ ਹੀ ਹੋ, ਜੀ ਤੁਹਾਡੇ ਨਾਲ ਇੱਕ ਹੋਰ ਹੈ, ਕੋਈ ਵੀ ਹੋ ਜੀ ਸਕਦਾ, ਜੀ then that house is a business ਬਿਜ਼ਨਸ ਹੋ ਬਿਜ਼ਨਸ ਦੇ ਤੌਰ ਤੇ ਤੁਸੀਂ ਲਿਆ, ਕਿਉਂਕਿ ਤੁਹਾਡੇ ਤੋਂ ਲੈ ਨਹੀਂ ਤੁਸੀਂ ਚਾਹੇ ਤੁਸੀਂ ਰਲ ਕੇ ਕੋਈ ਰੈਂਟ ਕਰਨਾ ਸੀ, ਚਾਹੇ ਤੁਸੀਂ ਉਹਦੀ ਥਾਂ ਤੇ ਇਨਵੈਸਟਮੈਂਟ ਕਰ ਲਈ, ਠੀਕ ਆ ਤੁਹਾਡੀ ਤਿੰਨਾਂ ਦੀ ਇਨਵੈਸਟਮੈਂਟ ਹੈ, ਜੀ ਤਿੰਨਾਂ ਦੇ ਖਰਚੇ ਹੈ, ਤਿੰਨਾਂ ਦੀ ਹੀ ਵੰਡ ਹੋਣੀ ਹੈ, ਤਿੰਨੇ ਹੀ ਰਹਿਣਗੇ, ਤੀਜਾ ਹਿੱਸਾ ਹੀ ਰਹਿਣਗੇ। ਪਰ ਉਹ ਫਿਰ ਜਦੋਂ ਵੈਲਿਊਏਸ਼ਨ ਉਹਦੀ ਵਧੀ ਹੁੰਦੀ ਆ ਉੱਥੇ ਚੱਕਰ ਪੈਂਦਾ ਨਾ, ਵੈਲਿਊਏਸ਼ਨ ਤਿੰਨਾਂ ਦੀ ਵਧੀਆ, ਹਾਂ ਤਿੰਨਾਂ ਦੀ ਵਧੀਆ ਨਾ ਫਿਰ, ਹਾਂ ਇੱਕ ਦੀ ਥੋੜੀ ਵਧੀਆ, ਹਾਂ ਹਾਂ ਜਾਂ ਪੈਸੇ ਉਧਾਰੇ ਲਏ ਆ ਫੇਰ ਗੱਲ ਵੱਖਰੀ ਆ, ਫਿਰ ਗੱਲ then it's a different story। ਜੇ ਤੁਸੀਂ ਕਹਿੰਦੇ ਹੋ ਵੀ ਆਪਦੇ ਪੇਰੈਂਟ ਨੂੰ ਕਹਿੰਦੇ ਹੋ ਜੀ ਮੈਨੂੰ ਮੈਨੂੰ ਲੱਖ ਡਾਲਰ ਦੇ ਜੀ ਅਸੀਂ ਘਰ ਲੈਣਾ, ਠੀਕ ਹੈ ਤੁਸੀਂ ਘਰ ਲੈ ਲਿਆ, ਤੁਸੀਂ ਮੈਂ ਕਹਾਂ ਅਸੀਂ ਤੁਹਾਨੂੰ ਲੱਖ ਮੋੜ ਦਿਆਂਗੇ, 2 ਸਾਲ ਠਹਿਰ ਕੇ ਮੁੜੂਗਾ, ਘਰ ਦੇ ਕਹਿੰਦੇ ਕੋਈ ਗੱਲ ਨਹੀਂ, 2 ਸਾਲਾਂ 'ਚ ਘਰ 4 ਲੱਖ ਵੱਧ ਗਿਆ, ਤੇ ਫੇਰ ਜੇ ਮਾਪਾ ਕਹੇ ਭਾਈ ਜਿਹੜਾ ਪ੍ਰੋਫਿਟ ਆ ਉਹ ਮੈਨੂੰ ਦੇ, ਉਹ ਜਾਇਜ਼ ਨਹੀਂ ਹੈ, ਉੱਥੇ ਤਾਂ ਪ੍ਰੋਬਲਮ ਆਉਂਦੀਆਂ, ਉੱਥੇ ਤਾਂ ਪ੍ਰੋਬਲਮ ਆਉਂਦੀਆਂ, ਉਹ ਆਧਾਰ ਲਿਆ, ਜਾਂ ਪੇਰੈਂਟ ਨੇ ਜਦੋਂ ਪੈਸੇ ਤੇ ਭਾਈ ਤੇਰੇ ਤੋਂ ਮੈਂ ਇੰਨਾ ਵਿਆਜ ਲਊਂਗਾ, ਇੰਨੇ ਪੈਸੇ ਲਊਂਗਾ ਤੇਰੇ ਤੋਂ, ਜਾਂ ਐਜ਼ ਏ ਪੇਰੈਂਟ ਨੇ ਦਿੱਤੇ ਆ, ਤਾਂ ਫਿਰ ਐਸੀ ਕਿਹੜੀ ਗੱਲ ਹੈਗੀ ਹੈ। ਚਲੋ ਫਿਰ ਕਿਸੇ ਦਿਨ ਇਸ ਲੰਬਾ ਟਾਪ ਹੋ ਗਿਆ ਜੀ, ਇਸ ਟੌਪਿਕ ਤੇ ਜ਼ਰੂਰ ਗੱਲ ਕਰਾਂਗੇ, ਸਮਾਂ ਹੋ ਗਿਆ ਜੀ ਅੱਜ। ਫਿਰ ਅਸੀਂ 6 ਤੋਂ 7 ਮੈਂ ਤੇ ਕਰਨ ਆ ਰਹੇ ਹਾਂ ਜੀ, ਜਿਹੜੀਆਂ ਅੱਜ ਦੀਆਂ ਨਿਊਜ਼ ਐਂਡ ਵਿਊਜ਼ ਆ ਉਹ ਲੈ ਕੇ ਆਵਾਂਗੇ, ਤੇ ਕੱਲ ਨੂੰ ਮੈਂ 4 ਵਜੇ ਫਿਰ ਹਮਦਰਦ ਟਾਊਨ ਹਾਲ ਲੈ ਕੇ ਆਵਾਂਗੇ ਜੀ, ਚ ਅਸੀਂ ਕੋਈ 1 ਜਾਂ 2 ਵਿਸ਼ੇ ਲੈ ਕੇ ਆਉਂਦੇ ਹਾਂ, ਉੱਤੇ ਗੱਲਬਾਤ ਕਰਦੇ ਹਾਂ ਜੀ। ਅੱਜ ਇਜਾਜ਼ਤ ਦਿਓ ਜੀ, ਹੁਣ ਕੱਲ ਨੂੰ ਮਿਲਾਂਗੇ ਜੀ, ਸ਼ਾਮ ਨੂੰ ਮਿਲਦੇ ਹਾਂ ਜੀ। ਮੈਂ ਤਾਂ ਸਤਿ ਸ੍ਰੀ ਅਕਾਲ।